मैडम सुधा भारद्वाज जो कि USA ਦੇ ਸਿਟੀਜ਼ਨ ਨੇ, ਉਹਨਾਂ ਦੀ ਜਿਹੜੀ ਪੜ੍ਹਾਈ ਲਿਖਾਈ ਹੈ ਉਹ ਇੰਗਲੈਂਡ ਦੇ ਵਿੱਚ ਹੋਈ ਹੈ ਔਰ ਪਿਛਲੇ 2 ਸਾਲਾਂ ਤੋਂ ਜਿਹੜੇ ਨੇ ਭਾਰਤ ਦੀ ਜੇਲ੍ਹ ਦੇ ਵਿੱਚ ਬੰਦ ਨੇ। ਛੱਤੀਸਗੜ੍ਹ ਵਿੱਚ ਤੇ ਝਾਰਖੰਡ ਵਿੱਚ ਜਿਹੜੇ ਆदिवासियों ਤੇ ਜ਼ੁਲਮ ਹੋ ਰਹੇ ਆ ਉਹਨਾਂ ਦੇ ਖਿਲਾਫ ਉਹਨਾਂ ਦੀ ਬਾਹ ਫੜਨ ਲਈ ਉਹ ਕਾਨੂੰਨੀ ਲੜਾਈ ਲੜ ਰਹੇ ਸੀ। ਪਿਛਲੇ ਕੁਝ ਸਮੇਂ ਦੌਰਾਨ ਇਹ ਕੇਸ ਪਾ ਦਿੱਤਾ ਗਿਆ ਵੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਤਲ ਕਰਨ ਦਾ ਯਤਨ ਕਰ ਰਹੇ ਸੀ। ਵੀ ਇੱਕ ਪੜ੍ਹੇ ਲਿਖੇ ਨੇ ਹੈ ਨਾ, ਕਿੰਨੇ ਹਾਈਲੀ ਐਜੂਕੇਟਡ ਨੇ, ਵਿਜ਼ਿਟਿੰਗ ਪ੍ਰੋਫੈਸਰ ਰਹੇ ਨੇ, ਸੋ ਉਹਨਾਂ ਲੋਕਾਂ ਨੂੰ ਵੀ ਜੇ ਤੁਸੀਂ ਇਸ ਤਰ੍ਹਾਂ ਜਲੀਲ ਕਰਦੇ ਹੋ ਇਹ ਇੰਟੀਮੀਡੇਸ਼ਨ ਹੈਗੀ ਆ। ਜੇ ਤੁਹਾਨੂੰ ਲੱਗਦਾ ਵੀ ਉਹ ਗਲਤ ਐਕਟੀਵਿਟੀਜ਼ ਵਿੱਚ ਵੀ ਸ਼ਾਮਲ ਨੇ, ਉਹਨਾਂ ਦੀ ਕਾਉਂਸਲਿੰਗ ਜਾਂ ਇੰਟਰੈਕਸ਼ਨ ਹੋਣੀ ਚਾਹੀਦੀ ਹੈ। ਇੰਨੇ ਹਾਈਲੀ ਐਜੂਕੇਟਡ ਪੀਪਲ ਨੂੰ ਇੱਦਾਂ ਇੰਟੀਮੀਡੇਟ ਨਹੀਂ ਕੀਤਾ ਜਾਣਾ ਚਾਹੀਦਾ। मैडम सुधा भारद्वाज ਦੀ ਜੋ ਕਿ USA ਦੇ ਸਿਟੀਜ਼ਨ ਨੇ, ਉਹਨਾਂ ਦੀ ਜਿਹੜੀ ਪੜ੍ਹਾਈ ਲਿਖਾਈ ਹੈ ਉਹ ਇੰਗਲੈਂਡ ਦੇ ਵਿੱਚ ਹੋਈ ਹੈ ਔਰ ਪਿਛਲੇ 2 ਸਾਲਾਂ ਤੋਂ ਜਿਹੜੇ ਨੇ ਭਾਰਤ ਦੀ ਜੇਲ੍ਹ ਦੇ ਵਿੱਚ ਬੰਦ ਨੇ। ਅਵਤਾਰ ਸਿੰਘ ਜੀ ਕੀ ਕਹੋਗੇ? ਉਹ ਸੀਨੀਅਰ ਲਾਇਰ ਵੀ ਰਹਿ ਚੁੱਕੇ ਨੇ ਤੇ ਹੁਣ ਹੈਗੇ ਵੀ ਨੇ, ਤੇ ਕੀ ਕਹੋਗੇ 2 ਸਾਲਾਂ ਤੋਂ ਕਿਸ ਕੇਸ ਦੇ ਵਿੱਚ ਬੰਦ ਨੇ? ਹਾਂਜੀ, ਉਹ ਜਿਸ ਤਰ੍ਹਾਂ ਆदिवासियों ਦੇ ਕੇਸਾਂ ਵਿੱਚ ਲਈ ਲੜਦੇ ਸੀਗੇ, ਕਿਉਂਕਿ ਆदिवासी ਖੇਤਰਾਂ ਵਿੱਚ ਬਹੁਤ ਸਾਰੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਨੇ, ਜਿਹੜੇ ਵੱਡੇ ਨਾਂ ਨੇ ਭਾਰਤੀ ਇੰਡਸਟਰੀ ਦੇ, ਉਹਨਾਂ ਨੇ ਉੱਥੇ ਜ਼ਮੀਨਾਂ ਅਕਵਾਇਰ ਕਰਕੇ ਆਪਣੀਆਂ ਫੈਕਟਰੀਆਂ ਲਾਉਣ ਦਾ ਜਾਂ ਰਿਸੋਰਸਿਸ ਨੂੰ ਪਲੰਡਰ ਕਰਨ ਦਾ ਜਿਹੜਾ ਯਤਨ ਰਾਜਨੀਤਿਕ ਲੋਕਾਂ ਨਾਲ ਮਿਲ ਕੇ ਉਹ ਕੀਤਾ। ਤੇ ਬੀਬੀ ਸੁਧਾ ਭਾਰਦਵਾਜ ਜਿਹੜੇ ਤੁਸੀਂ ਦੱਸਿਆ ਵੀ ਅਮਰੀਕਾ 'ਚ ਬੌਰਨ ਹੋਏ ਆ, ਇੰਗਲੈਂਡ ਵਿੱਚ ਉਹਨਾਂ ਦੀ ਪੜ੍ਹਾਈ ਹੋਈ ਆ, ਸੋ ਇੰਡੀਆ ਦਾ ਜਿਹੜਾ ਲਾਅ ਕਾਲਜ ਆ ਉਹਦੇ ਵਿਜ਼ਿਟਿੰਗ ਪ੍ਰੋਫੈਸਰ ਰਹੇ ਆ, ਉਹ ਵੱਡੇ ਲਾਇਰ ਨੇ। ਸੋ ਛੱਤੀਸਗੜ੍ਹ ਵਿੱਚ ਤੇ ਝਾਰਖੰਡ ਵਿੱਚ ਜਿਹੜੇ ਆदिवासियों ਤੇ ਜ਼ੁਲਮ ਹੋ ਰਹੇ ਆ ਉਹਨਾਂ ਦੇ ਖਿਲਾਫ ਉਹਨਾਂ ਦੀ ਬਾਹ ਫੜਨ ਲਈ ਉਹ ਕਾਨੂੰਨੀ ਲੜਾਈ ਲੜ ਰਹੇ ਸੀ। ਪਰ 2 ਸਾਲ ਪਹਿਲਾਂ ਉਹਨਾਂ ਨੂੰ ਵੀ ਅਨਲਾਫੁਲ ਐਕਟੀਵਿਟੀਜ਼ ਵਿੱਚ ਫੜ ਲਿਆ ਗਿਆ ਤੇ ਉਹਨਾਂ ਦੀ ਹਾਲੇ ਵੀ ਜ਼ਮਾਨਤ ਨਹੀਂ ਹੋਈ, 2 ਸਾਲਾਂ ਤੋਂ ਜੇਲ੍ਹ ਵਿੱਚ ਨੇ। ਹੁਣ ਉਹਨਾਂ ਤੇ ਪਿਛਲੇ ਕੁਝ ਸਮੇਂ ਦੌਰਾਨ ਇਹ ਕੇਸ ਪਾ ਦਿੱਤਾ ਗਿਆ ਵੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਤਲ ਕਰਨ ਦਾ ਯਤਨ ਕਰ ਰਹੇ ਸੀ, ਵੀ ਯੋਜਨਾ ਬਣਾ ਰਹੇ ਸੀ। ਤੁਸੀਂ ਦੇਖੋ ਵੀ ਇਹ ਮਿਸਯੂਜ਼ ਹੈਗਾ ਨਾ ਕੇਸ ਦਾ। ਵੀ ਇੱਕ ਪੜ੍ਹੇ ਲਿਖੇ ਨੇ ਹੈ ਨਾ, ਕਿੰਨੇ ਹਾਈਲੀ ਐਜੂਕੇਟਡ ਨੇ, ਵਿਜ਼ਿਟਿੰਗ ਪ੍ਰੋਫੈਸਰ ਰਹੇ ਨੇ, ਸੋ ਉਹਨਾਂ ਲੋਕਾਂ ਨੂੰ ਵੀ ਜੇ ਤੁਸੀਂ ਇਸ ਤਰ੍ਹਾਂ ਜਲੀਲ ਕਰਦੇ ਹੋ ਇਹ ਇੰਟੀਮੀਡੇਸ਼ਨ ਹੈਗੀ ਆ। ਸੋ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਵੀ ਉਹਨਾਂ ਨਾਲ ਕੋਈ ਇੰਟਰੈਕਸ਼ਨ ਹੋਣੀ ਚਾਹੀਦੀ ਆ। ਜੇ ਤੁਹਾਨੂੰ ਲੱਗਦਾ ਵੀ ਉਹ ਗਲਤ ਐਕਟੀਵਿਟੀਜ਼ ਵਿੱਚ ਵੀ ਸ਼ਾਮਲ ਨੇ, ਉਹਨਾਂ ਦੀ ਕਾਉਂਸਲਿੰਗ ਜਾਂ ਇੰਟਰੈਕਸ਼ਨ ਹੋਣੀ ਚਾਹੀਦੀ ਹੈ। ਇੰਨੇ ਹਾਈਲੀ ਐਜੂਕੇਟਡ ਪੀਪਲ ਨੂੰ ਇੱਦਾਂ ਇੰਟੀਮੀਡੇਟ ਨਹੀਂ ਕੀਤਾ ਜਾਣਾ ਚਾਹੀਦਾ। ਬਿਲਕੁਲ ਜੀ। ਔਰ ਕਿਤੇ ਨਾ ਕਿਤੇ ਉਸ ਦੇ ਨਾਲ ਜਿਹੜਾ ਹੈ ਦੇਸ਼ ਦੇ ਅਕਸ ਦੇ ਉੱਤੇ ਵੀ ਇੰਟਰਨੈਸ਼ਨਲ ਲੈਵਲ ਤੇ ਕਿਤੇ ਨਾ ਕਿਤੇ ਜਿਹੜਾ ਸਵਾਲਿਆ ਚਿੰਨ੍ਹ ਉਹ ਵੀ ਲੱਗਦਾ ਹੈਗਾ। ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਭਾਰਤ ਦੀ GDP ਦੀ, ਜੋ ਕਿ ਪਿਛਲੇ 40 ਸਾਲਾਂ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਘੱਟ GDP ਰਿਕਾਰਡ ਕੀਤੀ ਗਈ ਹੈ। -23.9% ਜਿਹੜੀ ਹੈ GDP ਜਿਹੜੀ ਇਸ ਟਾਈਮ ਜਿਹੜੀ ਪਹੁੰਚ ਚੁੱਕੀ ਹੈ। ਅਵਤਾਰ ਸਿੰਘ ਜੀ ਕੀ ਕਹੋਗੇ ਤੁਸੀਂ? ਹਾਂਜੀ, ਬਹੁਤ ਵੱਡਾ ਝਟਕਾ ਹੈ ਇਹ ਆਪਾਂ ਕਹਿ ਸਕਦੇ ਹੈਗੇ ਆ ਵੀ ਲਗਾਤਾਰ। ਇਹ ਤਾਂ ਸਿਰਫ ਆਪਾਂ ਕਹਿ ਸਕਦੇ ਹਾਂ ਵੀ ਆਰਗੇਨਾਈਜ਼ਡ ਸੈਕਟਰ ਦੀ GDP ਆ ਜੀ, ਜਿਹਦੇ ਬਾਰੇ ਰਿਕਾਰਡ ਸਰਕਾਰ ਕੋਲ ਹੈਗੇ ਨੇ। ਜਿਹੜਾ ਅਨਆਰਗੇਨਾਈਜ਼ਡ ਸੈਕਟਰ ਆ ਹਨਾ ਵੀ ਉਹਦਾ ਤਾਂ ਕੋਈ ਡਾਟਾ ਹੀ ਨਹੀਂ ਨਾ ਹੈਗਾ। ਸੋ ਇਹ ਬਹੁਤ ਦੁਖਦਾਈ ਖਬਰ ਹੈ ਭਾਰਤ ਵਰਗੇ ਦੇਸ਼ ਲਈ, ਜਿਹਦੇ ਬਾਰੇ ਕਿਹਾ ਜਾਂਦਾ ਸੀਗਾ ਵੀ ਇਹ 10% ਤੱਕ ਜਿਹੜੀ ਪੋਜ਼ਿਟਿਵ GDP ਪਹੁੰਚ ਜਾਏਗੀ, ਉਹਦੀ 23.9% ਮਾਈਨਸ ਚਲੇ ਜਾਣੀ। ਇਹ ਬਹੁਤ ਵੱਡੀ ਨਮੋਸ਼ੀ ਵਾਲੀ ਗੱਲ। ਠੀਕ ਹੈ, ਕਰੋਨਾ ਵਾਇਰਸ ਦੇ ਇਸ ਮਹਾਂਮਾਰੀ ਨੇ ਪੂਰੀ ਦੁਨੀਆ ਦੀ ਜਿਹੜੀ ਇੱਕ ਤਰ੍ਹਾਂ ਨਾਲ ਇਕਨੋਮਿਕ ਸਰਗਰਮੀ ਆ ਉਹਦੇ 'ਤੇ ਕਾਫੀ ਵੱਡਾ ਅਸਰ ਪਾਇਆ, ਪਰ ਇਸ ਲੈਵਲ 'ਤੇ ਗਿਰ ਜਾਣਾ, ਮੈਂ ਹੁਣ ਜਦੋਂ ਇਹਨੂੰ ਕੰਪੈਰੀਜ਼ਨ ਕਰਕੇ ਦੇਖਦਾ ਵੀ ਆਪਾਂ ਖਾਸ ਕਰਕੇ ਜਿਹੜਾ ਯੂਰਪ ਹੈ ਜੀ, ਯੂਰਪ ਵੀ ਕਰੋਨਾ ਵਾਇਰਸ ਦਾ ਕਿੰਨਾ ਵੱਡਾ ਸ਼ਿਕਾਰ ਹੋਇਆ, ਖਾਸ ਕਰਕੇ UK ਵੀ ਕਿੰਨਾ ਵੱਡਾ ਸ਼ਿਕਾਰ ਹੋਇਆ। ਸੇ ਅੱਜ ਵੀ UK ਦਾ ਪਾਉਂਡ ਆ ਜਿਹੜਾ ਸਾਰੀਆਂ ਕਰੰਸੀਆਂ ਨਾਲੋਂ ਟੌਪ ਤੇ ਖੜਾ ਹੈਗਾ, ਸਾਰੇ ਵੱਡੇ ਝਟਕਿਆਂ ਦੇ ਬਾਵਜੂਦ। ਹਾਲਾਂਕਿ ਅੱਜ ਜਿਹੜੀ ਏਵੀਏਸ਼ਨ ਇੰਡਸਟਰੀ ਦੇ ਵੱਡੇ ਬੌਸਸ ਨੇ ਸਰਕਾਰ ਨੂੰ ਕਿਹਾ ਹੈਗਾ ਵੀ ਅਸੀਂ ਮਰ ਜਾਵਾਂਗੇ, ਹਨਾ ਅਸੀਂ ਖਤਮ ਹੋ ਸਕਦੇ ਹਾਂ। ਵੀ ਬਹੁਤ ਵੱਡੀ ਅੱਜ ਨਿਊਜ਼ ਹੈਗੀ ਹੈ ਏਵੀਏਸ਼ਨ ਇੰਡਸਟਰੀ ਦੀ, ਵੀ ਤੁਸੀਂ ਓਵਰ ਐਸਟੀਮੇਟ ਕਰ ਰਹੇ ਹੋ, ਵੀ ਅੰਡਰ ਐਸਟੀਮੇਟ ਕਰ ਰਹੇ ਹੋ, ਸੌਰੀ, ਵੀ ਇਹ ਤੁਸੀਂ ਲੋਕਾਂ ਨੂੰ ਕਹੋ ਵੀ ਉਹ ਬਾਹਰ ਜਾਣ, ਇਹ ਜਿਹੜੀ 에ਅਰਲਾਈਨ ਇੰਡਸਟਰੀ ਬਚਾਉਣ, ਨਹੀਂ ਤਾਂ ਸਾਡੇ 에ਅਰਪੋਰਟ ਬੰਦ ਹੋ ਸਕਦੇ ਆ ਤੇ ਜਿਹੜੀਆਂ 에ਅਰਲਾਈਨਸ ਬੰਦ ਹੋ ਸਕਦੀਆਂ। ਅਸੀਂ ਸਮਝਦੇ ਹਾਂ ਵੀ ਇਸ ਮੌਕੇ ਦੇ ਮੁਕਾਬਲੇ ਵੀ ਜਿਹੜਾ ਅੱਜ ਕਰੰਸੀ ਦਾ ਰੇਟ ਹੈਗਾ, ਅੱਜ ਮੈਂ ਦੇਖਿਆ ਵੀ ਜਿਹੜਾ ਇੰਡੀਆ ਦਾ ਰੁਪਈਆ ਹੈਗਾ 97 ਰੁਪਏ ਦੇ ਹਿਸਾਬ ਨਾਲ, ਹਨਾ, ਤੇ ਉਹ ਡਾਲਰ ਦੇ ਮੁਕਾਬਲੇ ਇੱਕ ਡਾਲਰ ਤੇ 47 ਜਾਂ 48 ਜਿਹੜੇ ਸੈਂਟ ਹੈਗੇ ਉਹ ਹੋਇਆ, ਤੇ ਯੂਰੋ ਦੇ ਮੁਕਾਬਲੇ ਡਟ ਕੇ ਖੜਾ ਹੈਗਾ। ਹਾਲਾਂਕਿ ਜਦੋਂ 2008 ਵਾਲਾ ਰਿਸੈਸ਼ਨ ਆਇਆ ਉਦੋਂ ਯੂਰੋ ਦੇ ਮੁਕਾਬਲੇ ਲਗਭਗ ਬਰਾਬਰ ਹੋ ਗਿਆ ਸੀ, 1 ਪਾਉਂਡ ਵਰਸਸ 1 ਯੂਰੋ। ਈਵਨ ਕਿ ਬ੍ਰੈਕਸਿਟ ਤੋਂ ਬਾਅਦ ਵੀ ਜਿਹੜਾ ਹੈ ਕਾਫੀ ਲਾਗੇ ਚਲਾ ਗਿਆ ਸੀ। ਹੁਣ ਫਿਰ ਡਟ ਕੇ ਜਿਹੜਾ ਹੋਗਾ, ਅੱਜ ਕਰੰਸੀ ਦਾ ਜਿਹੜਾ ਯੂਰੋ ਦਾ ਰੇਟ ਸੀਗਾ 1 ਯੂਰੋ ਤੇ 14 ਸੈਂਟ ਆ ਜਿਹੜੇ ਉਹਨਾਂ ਦੇ ਸੀਗੇ। ਇਹਦਾ ਮਤਲਬ
ਇੰਨੇ ਵੱਡੇ ਝਟਕਿਆਂ ਦੇ ਬਾਵਜੂਦ ਵੀ ਪਾਉਂਡ ਨੇ ਆਪਣੀ ਜਿਹੜੀ ਸਮਰੱਥਾ ਹੈ, ਆਪਣੀ ਜਿਹੜੀ ਇੱਕ ਤਰ੍ਹਾਂ ਨਾਲ ਸ਼ਕਤੀ ਹੈ, ਉਹਨੂੰ ਬਰਕਰਾਰ ਰੱਖਿਆ ਹੋਇਆ। ਸੋ ਇਹ ਹੁੰਦੇ ਆ ਸਰਕਾਰਾਂ ਦੇ ਕੰਮ ਕਰਨ ਦੇ ਢੰਗ। ਕਿੰਨੀ ਫਰਲੋ ਸਕੀਮ 'ਚ ਉਹਨਾਂ ਨੇ ਪੈਸੇ ਦਿੱਤੇ ਨੇ, ਕਿੰਨਾ ਸੈਲਫ ਇੰਪਲਾਇਡ ਨੂੰ ਉਹਨਾਂ ਨੇ ਪੈਸੇ ਦਿੱਤੇ ਹੈਗੇ ਨਾ। ਸੋ ਲਗਾਤਾਰ 6 ਮਹੀਨਿਆਂ ਤੋਂ ਫਰਲੋ ਸਕੀਮ 'ਚ 80% ਤਨਖਾਹ ਜਿਹੜੀ ਹਲੇ ਵੀ ਲੋਕਾਂ ਨੂੰ ਜਾ ਰਹੀ ਹੈ, ਜਿਹੜੇ ਕੰਮ ਤੇ ਨਹੀਂ ਹੈਗੇ, ਅਕਤੂਬਰ ਤੱਕ ਜਾਣੀ ਹੈਗੀ ਆ। ਫਿਰ ਦੇਖੋ ਵੀ ਤੁਸੀਂ ਬੰਦਿਆਂ ਨੂੰ ਵਾਪਸ ਕੰਮ ਤੇ ਲਿਆਉਣ ਲਈ ਪਰ ਬੰਦਾ 1000 ਪਾਉਂਡ ਉਹ ਦੇ ਰਹੇ ਨੇ, ਹਨਾ ਵੀ ਕਿੰਨਾ ਕੁਛ ਮਤਲਬ ਕਿ ਕਰ ਰਹੇ ਨੇ। ਇੰਨੀ ਬੇਲ ਆਊਟ ਦੇਣ ਦੇ ਬਾਵਜੂਦ ਵੀ ਜਿਹੜੀ ਪਾਉਂਡ ਦੀ ਕੀਮਤ ਹੈ ਸਾਰੀਆਂ ਦੁਨੀਆ ਦੀਆਂ ਕਰੰਸੀਆਂ ਨਾਲੋਂ ਸਭ ਤੋਂ ਉੱਚੀ ਖੜੀ ਹੋਈ ਹੈ। ਸੋ ਅਸੀਂ ਸਮਝਦੇ ਹਾਂ ਵੀ ਭਾਰਤ ਨੂੰ ਜਾਂ ਭਾਰਤ ਸਰਕਾਰ ਨੂੰ ਜਿਹੜੀ ਮੈਨੂਫੈਕਚਰਿੰਗ ਇੰਡਸਟਰੀ ਆ ਉਹਦੇ ਲਈ ਤੇ ਸਰਵਿਸਿਜ਼ ਇੰਡਸਟਰੀ ਲਈ ਔਰ ਵੱਡੀ ਪੱਧਰ ਤੇ ਜਿਹੜਾ ਐਗਰੀਕਲਚਰਲ ਇੰਡਸਟਰੀ ਹੈਗੀ ਆ, ਐਗਰੀਕਲਚਰ ਆ, ਉਹਦੀ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਆ। ਲਗਾਤਾਰ ਜਿਹੜੇ ਫੈਸਲੇ ਨੇ ਕਿਸਾਨਾਂ ਦੇ ਵਿਰੋਧ 'ਚ ਆ ਰਹੇ ਨੇ। ਸੋ ਉਹਨੂੰ ਕਿਸਾਨੀ ਤੁਹਾਡੇ ਰੀੜ੍ਹ ਦੀ ਹੱਡੀ ਹੈਗੀ ਆ। ਬਿਲਕੁਲ, ਜਦੋਂ ਆਪਾਂ ਇਹ GDP ਦੀ ਗੱਲ ਕਰਦੇ ਹਾਂ ਤੇ ਅਸੀਂ ਸੁਣ ਰਹੇ ਸੀ ਤੇ ਉਹ ਕਹਿੰਦੇ ਕਿ ਜਿਹੜੀ ਖੇਤੀਬਾੜੀ ਸੈਕਟਰ ਹੈਗਾ ਨਾ ਉਹਨੇ, ਕਿਉਂਕਿ ਇਹ ਸਾਰੀ ਕੰਪੈਰੀਜ਼ਨ ਹੁੰਦੀ ਹੈ ਨਾ ਸਾਰੀ ਵੱਖਰੀ ਕਰਕੇ, ਤੇ ਉਹਨੇ ਤਕਰੀਬਨ 3.9% ਜਿਹੜਾ ਇਸ ਦੇ ਵਿੱਚ ਪਲੱਸ ਦੇ ਵਿੱਚ ਜਿਹੜਾ ਆਪਣਾ ਯੋਗਦਾਨ ਪਾਇਆ ਹੈ। ਤੇ ਸੁਣ ਰਹੇ ਸੀ ਆਪਾਂ ਇੱਕ ਐਕਸਪਰਟ ਨੂੰ, ਤੇ ਉਹਨਾਂ ਨੇ ਇਹ ਗੱਲ ਕਹੀ ਕਿ ਉਹ ਕਹਿੰਦੇ ਕਿ ਭਾਰਤ ਨੂੰ ਚਾਹੀਦਾ ਹੈ ਕਿ ਜਿਹੜੀ ਚੀਜ਼ ਨੇ ਤੁਹਾਨੂੰ ਐਡਾ ਵੱਡਾ ਯੋਗਦਾਨ ਪਾਇਆ ਹੈਗਾ ਤੁਸੀਂ ਉਹਨੂੰ ਹੋਰ ਜ਼ਿਆਦਾ ਡਿਵੈਲਪ ਕਰੋ, ਕਿਉਂਕਿ ਬੈਕਬੋਨ ਜਿਹੜੀ ਹੈ ਉਹ ਕਿਤੇ ਨਾ ਕਿਤੇ ਖੇਤੀ ਹੀ ਰਹਿਣੀ ਹੈ। ਤੇ ਆਪਾਂ ਖੇਤੀ ਛੱਡ ਕੇ ਬਾਕੀ ਚਾਰੇ ਬੰਨੇ ਭੱਜ ਰਹੇ ਆ ਤੇ ਕਿਤੇ ਨਾ ਕਿਤੇ ਜਿਹੜਾ ਉਹ ਆਪਣੇ ਆਪ ਦੇ ਵਿੱਚ ਇਹ ਉਹਨਾਂ ਦੇ ਮਾਡਲ 'ਚ ਖਰਾਬੀ ਹੈਗੀ ਆ, ਹਨਾ ਜੀ। ਖੇਤੀ ਹੈ ਜਿਹੜਾ ਖੇਤੀ ਸੈਕਟਰ ਹੈਗਾ ਉਹ ਬੈਕਬੋਨ ਹੋਣਾ ਚਾਹੀਦਾ ਉਹਦੀ ਇਕਨੋਮੀ ਦਾ। ਇਹ ਇੰਡਸਟਰੀ ਨੂੰ ਤੇ ਸਰਵਿਸਿਜ਼ ਸੈਕਟਰ ਨੂੰ ਇਹ ਲੱਗੇ ਹੋਏ ਨੇ, ਹਨਾ। ਉਹ ਸਾਰਾ ਜਿਹੜਾ ਬੰਬੇ ਸਟਾਕ ਐਕਸਚੇਂਜ ਆ ਜਾਂ ਦਿੱਲੀ ਸਟਾਕ ਐਕਸਚੇਂਜ ਆ, ਉਹਦੇ ਜਿਹੜੇ ਸੈਂਸੈਕਸ ਨੂੰ ਹੀ ਉਹ ਸਾਰਾ ਕੁਝ ਇਕਨੋਮੀ ਸਮਝ ਰਹੇ ਆ। ਦੇ ਆਰ ਔਨ ਦੀ ਰੋਂਗ ਟਰੈਕ, ਹਨਾ। ਸੋ ਇਕਨੋਮੀ ਵਾਈਜ਼ ਫਾਰਮਿੰਗ ਸੈਕਟਰ ਆ, ਹਨਾ। ਅੱਜ ਵੀ ਤੁਸੀਂ ਜਿਹਨੇ ਫਾਰਮਰਸ ਨੂੰ ਲਗਾਤਾਰ ਤੁਸੀਂ ਤਬਾਹ ਕਰਨ ਦਾ ਯਤਨ ਕਰ ਰਹੇ ਹੋ। ਬਿਲਕੁਲ, ਕਿੰਨੀਆਂ ਮੌਤਾਂ ਹੋ ਰਹੀਆਂ ਨੇ, ਆਤਮ ਹੱਤਿਆ ਕਰ ਰਹੇ ਨੇ ਆਪਣੀ ਮਿਹਨਤ ਨਾਲ ਔਰ ਵਾਹਿਗੁਰੂ ਦੀ ਜਿਹੜੀ ਰਜ਼ਾ ਨਾਲ, ਫੇਵਰੇਬਲ ਉਹਨਾਂ ਨੂੰ ਮੌਨਸੂਨ ਮਿਲੀ ਆ, ਉਹਦੇ ਨਾਲ ਉਹਨਾਂ ਨੇ ਉਹ ਕਰ ਦਿਖਾਇਆ ਇੰਨੇ ਔਖੇ ਸਮੇਂ 'ਚ ਵੀ। ਜਦੋਂ -23 ਆ ਇੰਡਸਟਰੀਅਲ ਤੇ ਉਹਨਾਂ ਦੀ +3 ਦੇ ਲੱਗੇ ਜਾ ਕੇ ਜੀ। ਵੀ ਇਹ ਦੇਖੋ, ਸੋ ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ। ਇਹ ਲਗਾਤਾਰ ਝੂਠਾ ਯਤਨ ਕਰ ਰਹੇ ਨੇ ਉਹਨੂੰ ਜਿਹੜਾ ਇੰਡਸਟਰੀਅਲ ਸੈਕਟਰ ਬਣਾਉਣ ਦੀ। ਬੈਕਬੋਨ ਤੁਹਾਨੂੰ ਫਾਰਮਿੰਗ ਰੱਖਣੀ ਪੈਣੀ ਆ। ਜਿਹੜਾ ਸੈਕੰਡਰੀ ਆ ਜਾਂ ਟਰਸ਼ਰੀ ਆ ਉਹ ਤੁਹਾਨੂੰ ਜਿਹੜੀ ਆਪਣੀ ਇੰਡਸਟਰੀ, ਹਾਲੇ ਭਾਰਤ ਇੰਨਾ ਜ਼ਿਆਦਾ ਮਜ਼ਬੂਤ ਨਹੀਂ ਹੋਇਆ ਕਿ ਉਹ ਆਪਣੇ ਆਪ ਨੂੰ ਯੂਰਪ ਜਾਂ ਚਾਈਨਾ ਜਾਂ ਅਮਰੀਕਾ ਸਮਝਣ ਲੱਗ ਪਵੇ। ਇਹ ਲਗਾਤਾਰ ਯਤਨ ਕਰ ਰਹੇ ਨੇ ਵੀ ਅਸੀਂ ਦਿਨਾਂ ਵਿੱਚ ਹੀ ਅਮਰੀਕਾ ਬਣ ਜਾਈਏ, ਹਨਾ। ਸੁਪਨਾ ਵੱਡਾ ਹੈਗਾ ਪਰ ਉਹਦੇ ਲਈ ਕਦਮ ਚੱਲਣੇ ਪੈਣਗੇ, ਹਨਾ। ਉਹ ਭੁਲੇਖਿਆਂ 'ਚ ਰਹਿ ਰਹੀ ਹੈ। ਭਾਰਤੀ ਆਰਥਿਕਤਾਵਾਦੀ ਨੇ ਜਿਹੜੇ ਭੁਲੇਖਿਆਂ 'ਚ ਰਹਿ ਰਹੇ ਨੇ, ਉਹਨਾਂ ਨੂੰ ਲੱਗਦਾ ਵੀ ਅਸੀਂ ਖਬਰਾਂ 'ਚ ਆ ਕੇ ਜਾਂ ਅਮਰੀਕਾ ਨਾਲ ਦੋਸਤੀ ਕਰਕੇ ਜਾਂ ਟਰੰਪ ਨਾਲ ਜੱਫੀਆਂ ਪਾ ਕੇ ਨਾ ਵੀ ਅਸੀਂ ਕਿਤੇ ਅਮਰੀਕਾ ਬਣ ਜਾਾਂਗੇ। It is not going to happen that way, ਹਨਾ। ਤੁਹਾਡਾ ਆਪਣਾ ਦੇਸ਼ ਆ, ਉਹਦੀ ਬੈਕਬੋਨ ਇਕਨੋਮੀ ਦੀ ਕੀ ਹੈਗੀ ਆ, ਉਹਦੇ ਹਿਸਾਬ ਨਾਲ ਬੈਕਬੋਨ ਨੂੰ ਮਜ਼ਬੂਤ ਕਰਕੇ ਇੰਡਸਟਰੀ ਤੇ ਤੁਹਾਨੂੰ ਸੈਕੰਡਰੀ ਜ਼ੋਰ ਦੇਣਾ ਚਾਹੀਦਾ ਹੈਗਾ। ਤਾਂ ਉਹ ਜਿਹੜਾ ਬੈਲੈਂਸ ਆ ਤਾਂ ਇਕਨੋਮੀ ਨੂੰ ਅੱਗੇ ਲੈ ਕੇ ਜਾਊਗਾ। ਕਿਸਾਨਾਂ ਨੂੰ ਤਾਂ ਤੁਸੀਂ MSP ਵੀ ਖਤਮ ਕਰ ਰਹੇ ਹੋ। ਬਿਲਕੁਲ। ਸੋ ਜਦਕਿ ਜੇ ਆਪਾਂ ਕਹੀਏ ਕਿ ਜੇ ਇੱਥੇ ਵੀ ਖੇਤੀ ਹੁੰਦੀ ਹੈਗੀ ਆ, ਥੋੜੀ ਬਹੁਤੀ ਖੇਤੀ ਹੁੰਦੀ, ਲੇਕਿਨ ਉਹਨੂੰ ਇੰਨਾ ਜ਼ਿਆਦਾ ਪ੍ਰਾਈਸਿੰਗ ਉਹਨਾਂ ਦੀ ਉਸ ਟਾਈਪ ਦੀ ਮਿਲਦੀ ਹੈਗੀ ਜਾਂ ਐਕਸਪੋਰਟ ਵੀ ਕਰਦੇ ਆ ਤੇ ਕਿਤੇ ਨਾ ਕਿਤੇ ਜਿਹੜਾ ਪਲੱਸ 'ਚ ਜਾਂਦਾ ਹੈਗਾ। ਨਹੀਂ, ਐਕਸਪੋਰਟ ਦਾ ਇੰਡੀਆ 'ਚ ਤਾਂ ਜਿਹੜੀ ਫਾਰਮਿੰਗ ਸੈਕਟਰ ਦੀ ਐਕਸਪੋਰਟ ਦਾ ਹੀ ਐਡਾ ਵੱਡਾ ਬਿਜ਼ਨਸ ਹੋ ਸਕਦਾ, ਉਹਦੇ ਨਾਲ ਬਹੁਤ ਵੱਡੀ ਇੰਡਸਟਰੀ ਖੜੀ ਹੋ ਸਕਦੀ ਹੈ। ਕਿਸਾਨ ਕਿਉਂ ਰੋਲੇ ਵਿਚਾਰਾ ਮੰਡੀਆਂ 'ਚ ਨੂੰ ਮੀਂਹ ਪੈ ਜਾਂਦਾ, 4 ਦਿਨ ਉਹਦੀ ਕਣਕ ਨਹੀਂ ਚੁੱਕੀ ਜਾਂਦੀ, 5ਵੇਂ ਦਿਨ ਮੀਂਹ ਪੈ ਜਾਂਦਾ ਤੇ ਉਹ ਸਾਰਾ ਕੁਝ ਖਤਮ ਹੋ ਜਾਂਦਾ। ਕਿਉਂ ਨਹੀਂ ਹੁੰਦਾ ਵੀ ਸਬਜ਼ੀਆਂ ਦੇ ਡੱਬਾ ਬੰਦ ਕਰਕੇ, ਹੁਣ ਕਿੱਡੀ ਵੱਡੀ ਵਰਲਡ ਵਾਈਡ ਇੰਡਸਟਰੀ ਹੈਗੀ ਆ, ਹਨਾ। ਠੀਕ ਹੈ, ਕਿੰਨਾ ਡੱਬਾ ਬੰਦ ਸਬਜ਼ੀਆਂ ਦੀ ਕਿੰਨੀ ਵੱਡੀ ਇੰਡਸਟਰੀ ਭਾਰਤ ਵਿੱਚ ਆ ਸਕਦੀ ਹੈਗੀ ਆ, ਪਰ ਕੋਈ ਨਹੀਂ ਆ ਰਿਹਾ। ਹੁਣ ਤੁਸੀਂ ਵੈਸਟ ਵਿੱਚ ਦੇਖੋ, ਦਸੰਬਰ ਦਾ ਮਹੀਨਾ ਆਉਂਦਾ, ਇਹਨਾਂ ਦੇ ਕ੍ਰਿਸਮਸ ਆਉਂਦੀ ਆ, ਟਰਕੀ ਦਾ ਕਿੰਨਾ ਵੱਡਾ ਬਿਜ਼ਨਸ ਹੁੰਦਾ ਜਿਹੜਾ ਉਹ ਜਾਨਵਰ ਉਹ ਮਾਰ ਕੇ ਖਾਂਦੇ ਨੇ, ਹਨਾ। ਸੋ ਉਹ ਇੰਡੀਆ ਕਾ ਤੋਂ ਨਹੀਂ ਐਕਸਪੋਰਟ ਕਰ ਸਕਦਾ, ਹਨਾ। ਵੀ ਇੰਨੇ ਵੱਡੇ ਫਾਰਮਸ ਟਰਕੀ ਦੇ, ਇੱਥੇ ਸ਼ਾਰਟੇਜ ਆ ਜਾਂਦੀ ਆ ਟਰਕੀ ਦੀ, ਹਨਾ, ਕ੍ਰਿਸਮਸ ਦੇ ਦਿਨਾਂ ਵਿੱਚ, ਹਨਾ। ਤੇ ਪੂਰੇ ਸਾਲ ਤੁਸੀਂ ਉਹਨੂੰ ਕਰੋ ਜਾਂ 6 ਮਹੀਨੇ ਦੀ ਉਹ ਫਾਰਮਿੰਗ ਹੈਗੀ ਆ, ਉਹਦਾ ਕਰਕੇ ਤੇ ਤੁਸੀਂ ਐਕਸਪੋਰਟ ਕਰੋ ਉਹਨੂੰ। ਆਪਣਾ ਇੱਕ ਉਹਨਾਂ ਦਾ ਲੈਵਲ ਚਾਹੀਦਾ ਨਾ, ਬਿਲਕੁਲ ਕੁਆਲਿਟੇਟਿਵ ਲੈਵਲ ਚਾਹੀਦਾ। ਇੰਡੀਆ ਕਾ ਤੋਂ ਨਹੀਂ ਐਕਸਪੋਰਟ ਕਰ ਸਕਦਾ। ਹੁਣ ਕਿੱਥੋਂ ਇੰਡੀਆ ਤੋਂ ਸ਼ਾਮ ਨੂੰ ਬੰਦਾ ਅਮਰੀਕਾ 'ਚ ਜਹਾਜ਼ ਪਹੁੰਚ ਜਾਂਦੇ ਆ ਜਿਹੜੇ ਫਰੀਜ਼ਡ ਨੇ, ਤੇ ਉਹ ਬੜੀ ਵੱਡਾ ਬਿਜ਼ਨਸ ਹੈਗਾ, ਪਰ ਸਰਕਾਰਾਂ ਦਾ ਨਹੀਂ ਹੋਵੇਗਾ। ਉਹ ਹੈਗਾ ਵੀ ਲੁੱਟ ਲੋ, ਜਿਹੜਾ ਪੈਸਾ ਆਇਆ ਲੁੱਟਣ ਤੇ ਹੋਏ ਨੇ। ਜਿਹੜੇ ਪੋਲੀਟੀਸ਼ੀਅਨਸ ਆ, ਦੇ ਆਰ ਨਾਟ ਕੈਪੇਬਲ ਟੂ ਰਨ ਦੀ ਕੰਟਰੀ। ਔਰ ਜਿੱਡੀ ਵੱਡੀ ਜੇ ਆਪਾਂ ਕਹੀਏ ਇੰਡੀਆ ਆਪਣੇ ਆਪ ਦੇ ਵਿੱਚ ਮੰਡੀ ਹੈਗਾ, ਉਹ ਬਾਹਰਲਿਆਂ ਨੂੰ ਤੇ ਦਿਖ ਰਿਹਾ, ਪਰ ਜਿਹੜੇ ਉੱਥੇ ਬੈਠੇ ਹੈਗੇ ਉਹਨਾਂ ਨੂੰ ਇਹ ਚੀਜ਼ ਸਾਹਮਣੇ ਨਹੀਂ ਦਿਖ ਰਹੀ ਹੈਗੀ। ਔਰ ਇਸ ਨਾਲ ਜਿਹੜਾ ਬਹੁਤ ਵੱਡੇ ਉਹ ਨੇ, ਇੰਨੇ ਵੱਡੇ ਮੌਕੇ ਆ ਉਸ ਮੁਲਕ ਨੂੰ, ਕਿਸਾਨੀ ਨੂੰ ਉੱਚੇ ਚੁੱਕਣ ਦੇ, ਤੇ ਕਿਸਾਨੀ ਦੇ ਨਾਲ ਜਿਹੜੀ ਮੈਨੂਫੈਕਚਰਿੰਗ ਸੈਕਟਰ ਆ
ਉਹਨੂੰ ਉਹ ਕਰਨ ਦੇ, ਹਨਾ। ਇਹ ਇੰਨਾ ਵੱਡਾ ਇੰਨੇ ਵਾਸਟ ਰਿਸੋਰਸਿਸ ਹੋਣ, ਇੰਨੇ ਹਿਊਮਨ ਰਿਸੋਰਸਿਸ ਹੋਣ, ਤੇ ਇੰਨਾ ਤੁਹਾਡਾ ਜਿਹੜੀ GDP ਪਈ ਹੋਵੇ, ਤੇ ਮਤਲਬ ਕਿ ਮੈਨੂੰ ਲੱਗਦਾ ਵੀ ਉਹ ਪਤਾ ਨਹੀਂ ਉਹ ਕਰ ਕੀ ਰਹੇ ਨੇ। ਇੰਨੇ ਵੱਡੇ ਰਿਸੋਰਸਿਸ ਨੂੰ ਤੁਸੀਂ ਆਪਣੇ ਹੱਕ 'ਚ ਨਹੀਂ ਭੁਗਤਾ ਰਹੇ, ਤੁਸੀਂ ਮਟੀਰੀਅਲਾਈਜ਼ ਨਹੀਂ ਕਰ ਰਹੇ। ਇਹਨਾਂ ਕੋਲ ਇੰਗਲੈਂਡ ਕੋਲ ਹੋਵੇ ਤਾਂ ਮੈਂ ਦੇਖਿਆ ਵੀ ਸੋਨੇ ਦੀ ਚਿੜੀ ਬਣਾ ਦੇਣੇ, ਮੁੜ ਕੇ ਉਹਨੂੰ ਸੋਨੇ ਦੀ ਚਿੜੀ ਬਣਾ ਸਕਦੇ ਸੀ। ਇੰਨੇ ਵਾਸਟ ਰਿਸੋਰਸਿਸ ਕਿਸੇ ਕੰਟਰੀ ਕੋਲ ਨਹੀਂ। ਇੰਨਾ ਵਧੀਆ ਮੌਸਮ, ਇੰਨੀ ਡਾਕਰ ਧਰਤੀ ਜਿਹੜੀ ਮਤਲਬ ਕਿ ਲਗਾਤਾਰ, ਹੁਣ ਪੰਜਾਬ ਦੀ ਧਰਤੀ ਆ, ਚਾਹੇ ਫਰਟੀਲਾਈਜ਼ਰਸ ਨੇ ਖਤਮ ਕਰ ਦਿੱਤੀ ਆ, ਹਾਲੇ ਵੀ ਉਨੀ ਉਹ ਕਣਕ ਉਗਾਉਂਦੀ ਆ, ਹਾਲੇ ਵੀ ਉਨਾ ਹੀ ਝਾੜ ਝੋਨੇ ਦਾ ਆਉਂਦਾ, ਹਨਾ। ਮਤਲਬ ਕਿ ਇਸ ਲੈਵਲ ਤੇ ਜੇ ਆਰਗੇਨਾਈਜੇਸ਼ਨ ਹੋਵੇ ਤਾਂ ਉਹਨੂੰ ਬਹੁਤ ਵੱਡੀ ਪੱਧਰ ਤੇ ਅੱਗੇ ਵਧਾਇਆ ਜਾ ਸਕਦਾ ਹੈ। ਬਿਲਕੁਲ ਜੀ। ਔਰ ਇਸ ਦੇ ਨਾਲ ਨਾਲ ਦਰਸ਼ਕਾਂ ਨੂੰ ਵੀ ਦੱਸ ਚੱਲੀਏ ਕਿ ਪਿਛਲੇ ਸਾਲ ਦੀ ਜਿਹੜੀ ਇੱਕ ਰਿਪੋਰਟ ਸਾਹਮਣੇ ਆਈ ਹੈਗੀ ਆ, ਜਿਸ ਦੇ ਵਿੱਚ ਭਾਰਤ ਦੇ ਵਿੱਚ ਟੋਟਲ ਜਿਹੜੇ ਸੁਸਾਈਡ ਹੈਗੇ ਨੇ, ਯਾਨੀ ਕਿ ਆਤਮ ਹੱਤਿਆ 1,39,000 ਹੋਏ ਨੇ, ਔਰ ਜਿਸ ਦੇ ਵਿੱਚ 90,000 ਨੌਜਵਾਨਾਂ ਨੇ ਜਿਹੜੀਆਂ ਆਤਮ ਹੱਤਿਆਵਾਂ ਕੀਤੀਆਂ ਹੈਗੀਆਂ। ਅਵਤਾਰ ਸਿੰਘ ਜੀ, ਕਿੱਥੋਂ ਆਈ ਹੈਗੀ ਰਿਪੋਰਟ ਤੇ ਕੀ ਇਹਦੇ ਖੁਲਾਸੇ ਕੀ ਹੈਗੇ ਨੇ? ਹਾਂਜੀ, ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਹੈਗਾ, ਇਹ ਇੰਡੀਆ ਦੀ ਉਹ ਇੱਕ ਨਾ ਏਜੰਸੀ ਹੈਗੀ ਆ ਵੀ ਜਿਹੜੇ ਸਾਰੇ ਕ੍ਰਾਈਮਸ ਨੂੰ ਦਾ ਡਾਟਾ ਕੋਲੇਟ ਕਰਦੀ ਹੈਗੀ ਆ। ਇਹ ਚੰਗੀ ਗੱਲ ਹੈਗੀ ਆ ਵੀ ਉਹ ਸਾਰੀਆਂ ਡੈਥਸ ਦਾ ਤੇ ਇੱਕ ਤਰ੍ਹਾਂ ਨਾਲ ਜਾਂ ਕ੍ਰਾਈਮਸ ਦਾ ਜਾਂ ਜਨਮ ਦਾ ਜਿਹੜਾ ਡਾਟਾ ਘੱਟੋ ਘੱਟ ਕੋਲੇਟ ਹੋਣ ਲੱਗ ਗਿਆ। ਜਿਸ ਤਰ੍ਹਾਂ ਆਪਣੇ ਇੱਥੇ ਹੈਗਾ ਨਾ ONS ਹੈਗਾ, ਹਨਾ, ਵੀ ਸਾਰਾ ਡਾਟਾ ਹੈਗਾ ਜਿਹੜਾ ONS ਕੋਲ ਹੁੰਦਾ, ਹਨਾ। ਤਾਂ ਉਹਦੇ ਚੋਂ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਜਿਹੜੀ ਰਿਪੋਰਟ ਆ ਉਹ ਪਿਛਲੇ ਸਾਲ ਬਾਰੇ ਆਈ ਆ, 2019 ਬਾਰੇ। ਉਹਦੇ ਚੋਂ ਕਹਿੰਦਾ ਵੀ 1,39,000 ਸੁਸਾਈਡ ਹੋਏ ਨੇ ਦੇਸ਼ ਵਿੱਚ, ਜਿਹੜੇ ਰਿਕਾਰਡਡ ਨੇ। ਹੋ ਸਕਦਾ ਵੱਧ ਹੋਣ ਜਿਹੜੇ ਨਹੀਂ ਰਜਿਸਟਰ ਹੋਏ ਜਾਂ ਨਹੀਂ ਰਿਕਾਰਡ ਹੋਏ, ਪਰ ਜਿਹੜੇ ਰਿਕਾਰਡ 'ਚ ਆਏ, ਜੇ ਆਪਾਂ ਉਹਦੇ ਡਾਟੇ ਨੂੰ ਦੇਖੀਏ ਤਾਂ 1,39,000 ਬੰਦਿਆਂ ਨੇ ਸੁਸਾਈਡ ਕੀਤਾ। ਔਰ ਖਤਰਨਾਕ ਗੱਲ ਇਹ ਹੈਗਾ ਵੀ 90,000 ਯੰਗ ਬੰਦੇ ਸੀ ਜਿਹੜੇ 18 ਤੋਂ 24 ਜਾਂ ਵੱਧ ਤੋਂ ਵੱਧ 30 ਤੱਕ ਸਾਲ ਦੇ ਸੀ। ਸੋ 18 ਤੋਂ 30 ਸਾਲ ਦੇ ਨੌਜਵਾਨਾਂ ਦੀ ਗਿਣਤੀ 90,000 ਬਣਦੀ ਹੈਗੀ ਆ। ਮਤਲਬ ਕਿੰਨਾ ਵੱਡਾ ਪੱਧਰ ਚੇਂਜ ਹੋ ਗਿਆ, ਬਹੁਤ ਅਲਾਰਮਿੰਗ ਹੈਗੀ ਆ ਵੀ 1,39,000, ਇਹਦਾ ਮਤਲਬ ਸਿਰਫ 49,000 ਹੋਰ ਬੰਦੇ ਮਰੇ ਨੇ ਜਿਹੜੇ ਨੌਨ ਉਹ ਹੈਗੇ ਆ, ਵੀ ਨੌਨ ਯੰਗਸਟਰ ਆ। ਪੂਰੇ ਭਾਰਤ ਵੀ 50,000 ਲਾ ਲਓ ਤੁਸੀਂ, ਵੀ 50,000 ਦੂਸਰੇ ਬੰਦੇ ਮਰੇ ਆ, 90,000 ਬੰਦਾ ਜਿਹੜਾ ਉਹ ਯੰਗਸਟਰ ਮਰੇ ਆ, ਜਿਨ੍ਹਾਂ ਲਈ ਆਪਾਂ ਜਿਹੜੀ ਹੁਣ ਪਿਛਲੀ ਗੱਲ ਕਰਕੇ ਆਏ ਆ ਵੀ ਕੋਈ ਰੁਜ਼ਗਾਰ ਦੇ ਸਾਧਨ ਨਹੀਂ ਨੇ, ਕੋਈ ਸੋਸ਼ਲ ਸਿਕਿਉਰਿਟੀ ਨਹੀਂ ਹੈ, ਕੋਈ ਫਿਊਚਰ ਦਾ ਉਹਨਾਂ ਕੋਲ ਕੁਝ ਨਹੀਂ ਦਿਖ ਰਿਹਾ, ਇੰਨਾ ਧੁੰਦਲਾ ਫਿਊਚਰ ਆ ਰਿਹਾ। ਸੋ ਇਹ ਸਾਰਾ ਹੈਗਾ ਵੀ ਸਾਡੇ ਪੋਲੀਟੀਸ਼ੀਅਨਸ ਦੀਆਂ, ਅਕੈਡਮੀਸ਼ੀਅਨਸ ਦੀਆਂ ਜਾਂ ਜਿਹੜੇ ਅਰਥ ਸ਼ਾਸਤਰੀ ਨੇ, ਉਹਨਾਂ ਦੀਆਂ ਜਿਹੜੀਆਂ ਗਲਤੀਆਂ, ਉਹਨਾਂ ਦਾ ਖਮਿਆਜ਼ਾ ਸਾਡੇ ਯੰਗ ਜਨਰੇਸ਼ਨ ਭੁਗਤ ਰਹੀ ਹੈ। ਵੀ 90,000 ਬੰਦੇ ਆ ਜਿਹੜੇ ਉਹਨਾਂ ਨੇ ਖੁਦਕੁਸ਼ੀਆਂ ਕਰ ਲਈਆਂ। ਸੋ ਜੇ ਹਾਲੇ ਵੀ ਭਾਰਤ ਦੇ ਨੀਤੀ ਘਾੜੇ, ਭਾਰਤ ਦੇ ਉਸ ਖੇਤੀ ਸੈਕਟਰ ਨੂੰ ਕਿਤੇ ਆਪਣਾ ਜਥੇਬੰਦਕ ਢੰਗ ਨਾਲ ਇੱਕ ਤਰ੍ਹਾਂ ਨਾਲ ਇੰਡਸਟਰੀ ਬਣਾ ਲੈਣ, ਖੇਤੀ ਸੈਕਟਰ ਦੀ ਇੰਡਸਟਰੀ ਬਣ ਜੇ, ਤਾਂ ਬਹੁਤ ਜ਼ਿਆਦਾ ਜੌਬਸ ਕ੍ਰੀਏਟ ਹੋ ਸਕਦੀਆਂ। ਈਵਨ ਆ ਮੈਕਡੋਨਲਡਸ ਨੂੰ ਜਾਂ ਹੋਰ ਜਿਹੜੀਆਂ KFC ਨੂੰ, ਹਨਾ, ਇਹ ਆ ਚਿਕਨ ਆ ਜਿਹੜਾ ਸਾਰਾ ਮਤਲਬ ਕਿ ਸਪਲਾਈ ਹੋ ਸਕਦਾ। ਉੱਥੋਂ ਕਿੰਨੇ ਡੈਰੀ ਫਾਰਮ ਨੇ, ਮੈਕਡੋਨਲਡਸ ਤੇ KFC ਦੇ ਜਿਹੜੀ ਸਪਲਾਈ ਆ ਉਹੀ ਭਾਰਤ ਕਰਨ ਲੱਗ ਜਵੇ, ਹਨਾ, ਤੇ ਬਹੁਤ ਵੱਡਾ ਹੈਗਾ। ਟਮਾਟਰਾਂ ਦਾ ਕਿੰਨਾ ਹੈਗਾ, ਕਿੰਨਾ ਕੁ ਟਮਾਟੋ ਕੈਚਅਪ ਆ, ਸਾਰਾ ਕੁਝ, ਕਿੰਨਾ ਟਮਾਟਰ ਦੀਆਂ। ਈਵਨ ਆਹ ਕੈਨੇਡਾ ਦੀ ਕੰਪਨੀ ਹੈਗੀ ਆ ਜਿਹੜੀ ਜੌਨ ਮਕੇਨ, ਜਿਹੜੇ ਆਲੂਆਂ ਦੇ ਚਿਪਸ ਤੇ ਹੋਰ ਕਿੰਨਾ ਕੁਝ ਬਣਾਉਂਦੀ ਹੈ, ਤੇ ਉਹਦੀਆਂ ਬਹੁਤ ਸਾਰੇ ਪ੍ਰੋਡਕਟਸ ਨੇ। ਤੁਸੀਂ ਉਹਨਾਂ ਨਾਲ ਸਮਝੌਤੇ ਕਰ ਸਕਦੇ ਆ, ਆਲੂ ਸਪਲਾਈ ਕਰ ਸਕਦੇ ਹੋ, ਤੇ ਬੜਾ ਕੁਛ ਹੈ। ਪਰ ਜੇ ਆਪਾਂ ਕਹੀਏ ਕਿ ਸਰਕਾਰਾਂ ਦੀ ਕਰਨ ਦੀ ਨੀਤ ਹੋਵੇ, ਕਿਉਂਕਿ ਦੂਜੇ ਬੰਨੇ ਜੇ ਆਪਾਂ ਕਹੀਏ ਕਿ ਮੀਡੀਆ ਦੀ ਇੱਕ ਵੱਡੀ ਜ਼ਿੰਮੇਵਾਰੀ ਬਣਦੀ ਹੈ, ਪਰ ਭਾਰਤ ਦੇ ਵਿੱਚ ਜੋ ਇਸ ਟਾਈਮ ਮੀਡੀਆ ਕੰਮ ਕਰ ਰਿਹਾ, ਕਿਤੇ ਨਾ ਕਿਤੇ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਹੀ ਆਪਣੇ ਇੱਕ ਤਾਂ ਲੋਕਾਂ ਦੇ ਨਾਲ ਜਿਹੜੀ ਹੈ ਇਕੱਲਾ TRP ਵਾਲੇ ਪਾਸੇ ਜਿਹੜਾ ਕਿਤੇ ਡਿਬੇਟ ਨਹੀਂ ਹੋ ਰਹੀ, ਇੰਨੀ GDP ਥੱਲੇ ਚਲੇਗੀ, ਕਿਤੇ ਕੋਈ ਡਿਬੇਟ ਨਹੀਂ ਹੋ ਰਹੀ। ਚਾਹੀਦਾ ਇਹ ਸੀ ਕਿ ਲੋਕਾਂ ਨੂੰ ਕੱਲੇ ਲੋਕਾਂ ਨੂੰ ਦੱਸਿਆ ਜਾਵੇ ਕਿ GDP ਹੈ ਕੀ, ਇਹਦਾ ਫਰਕ ਕਿੱਥੇ ਪੈਂਦਾ ਹੈ, ਜਿਹੜਾ ਸੈਕਟਰ ਰਹਿ ਗਿਆ ਉਹਦਾ ਹੋਵੇ, ਸਰਕਾਰ ਦਾ ਕ੍ਰਿਟਿਸਿਜ਼ਮ ਹੋਵੇ, ਤਾਂ ਕਿ ਜਿਹੜਾ ਕਿਤੇ ਨਾ ਕਿਤੇ ਸਰਕਾਰਾਂ ਇਸ ਦੇ ਉੱਤੇ ਆਪਣਾ ਜਿਹੜਾ ਕੰਮ ਕਰਨ। ਪਰ ਉਹਨਾਂ ਵੱਲੋਂ ਕੀ ਹੈ ਕਿ ਦੂਸਰੇ ਬੰਨੇ ਜਿਹੜਾ ਲੋਕਾਂ ਨੂੰ ਬਿਜ਼ੀ ਕਰਕੇ ਜਿਹੜਾ ਹੈ ਰੱਖਿਆ ਹੋਇਆ ਹੈ। ਕੀ ਕਹੋਗੇ ਅਵਤਾਰ ਸਿੰਘ ਜੀ ਮੀਡੀਆ ਦੇ ਰੋਲ ਬਾਰੇ? ਬਹੁਤ ਨਕਾਰਾਤਮਕ ਜਿਹੜਾ ਭਾਰਤੀ ਜਿਹੜਾ ਟੈਲੀਵਿਜ਼ਨ ਚੈਨਲ ਆ ਉਹਨਾਂ ਦਾ ਜਿਹੜਾ ਰੋਲ ਆ ਸਾਹਮਣੇ ਆ ਰਿਹਾ। ਜਦੋਂ ਤੁਸੀਂ ਗੱਲ ਕਰ ਰਹੇ ਹੋ ਵੀ 23% ਤੋਂ ਜ਼ਿਆਦਾ ਜਿਹੜੀ ਮਾਈਨਸ ਹੋ ਗਈ ਹੋਈ ਆ GDP, ਤੇ ਉਹਨਾਂ ਦਾ ਹਾਲੇ ਵੀ ਸਾਰੇ TV ਚੈਨਲ ਤੁਸੀਂ ਪ੍ਰਾਈਮ ਟਾਈਮ ਲਾ ਕੇ ਦੇਖ ਲਓ, ਤੇ ਉੱਥੇ ਉਹ ਸੁਸ਼ਾਂਤ ਸਿੰਘ ਸਰੀਨ ਜਿਹੜਾ ਇੱਕ ਫਿਲਮੀ ਐਕਟਰ ਮਰ ਗਿਆ ਸੀ, ਹਾਲੇ ਵੀ ਉਹ 3 ਮਹੀਨਿਆਂ ਬਾਅਦ ਉਹਦੀਆਂ ਮੌਤ ਦੀਆਂ ਕਹਾਣੀਆਂ ਚੱਲ ਰਹੀਆਂ ਨੇ, ਹਨਾ। ਸੋ ਇੱਕ ਸੋਸ਼ਲ ਮੀਡੀਆ ਤੇ ਮੇਰੇ ਦੋਸਤ ਨੇ ਮੈਨੂੰ ਭੇਜਿਆ, ਉਹ ਕਿਸੇ ਨੇ ਹਿੰਦੀ 'ਚ ਲਿਖਿਆ ਹੋਇਆ ਸੀਗਾ भी मीडिया से निवेदन है कि सुशांत सिंह वाला केस खत्म कर दें, अभी अनुष्का शर्मा की डिलीवरी भी होने वाली है, भी वो भी 6 महीने चलनी है फिर, है ना। भी की लोग किन्ना कुछ कर, भी वो बेचारे लोग गरीब ने जिन्होंने पता ही नहीं भी की हो रहा, भी की GDP आ, किन्नियां जॉब लॉसेस हो गई हुई ने, है ना, किन्ना
ਇੱਕ ਨਾਲ ਖਤਰਨਾਕ ਸਥਿਤੀ ਵਿੱਚ ਜਿਹੜੀ ਦੇਸ਼ ਦੀ ਆਰਥਿਕਤਾ ਵਹਿ ਰਹੀ ਹੈ ਤੇ ਸਾਡੇ ਮੀਡੀਆ ਨੂੰ ਜਸਟ ਸੁਸ਼ਾਂਤ ਸਰੀਨ ਦੀ ਮੌਤ ਦਾ ਹੀ, ਹੋਰ ਜਸਟ ਇੱਕ ਬੰਦਾ ਸੀਗਾ ਫਿਲਮ ਇੰਡਸਟਰੀ ਵਿੱਚ ਕੰਮ ਕਰਦਾ ਸੀ, ਉਹ ਆਪਣੀਆਂ ਕੁਝ ਮਾਨਸਿਕ ਟੈਨਸ਼ਨਾਂ ਕਰਕੇ ਖੁਦਕੁਸ਼ੀ ਕਰ ਗਿਆ, ਦੈਟਸ ਇਟ। ਇੱਥੇ ਹਜ਼ਾਰਾਂ ਲੋਕ ਮਰਦੇ ਨੇ, ਕਦੀ ਇੰਨਾ ਲੰਬਾ ਵੀ 3-4 ਮਹੀਨੇ। ਬਿਲਕੁਲ, ਆਪਾਂ ਕਹੇ ਕਿ ਜਿਹੜੇ 1,39,000 ਮਰੇ ਨੇ ਉਹ ਵੀ ਤਾਂ ਇਸ ਪੀਰੀਅਡ ਦੇ ਦੌਰਾਨ ਹੀ ਮਰੇ ਨੇ। 1,39,000 ਖੁਦਕੁਸ਼ੀਆਂ ਦੀ ਕੋਈ ਖਬਰ ਨਹੀਂ, ਜਸਟ ਸੁਸ਼ਾਂਤ ਸਿੰਘ ਸਰੀਨ ਦੀ ਮੌਤ ਦੀ ਜਿੱਦਾਂ ਉਹਨਾਂ ਨੂੰ ਫਿਕਰ ਲੱਗਿਆ ਹੋਇਆ ਸੀ। ਕਿੰਨੀ ਬੇਹੂਦਗੀ ਹੈਗੀ ਆ ਮੀਡੀਆ ਦੀ, ਉਹ ਵੀ ਅਸੀਂ ਸਮਝਦੇ ਵੀ ਸਿਸਟਮ ਦਾ ਹਿੱਸਾ ਬਣ ਗਿਆ, ਵੀ ਇੱਕ ਦੂਜੇ ਦੀ ਪਿੱਠਾ ਖੁਰਕੀ ਜਾ ਰਹੇ ਆ, ਵੀ ਹੋਰ ਕੋਈ ਗੱਲ ਨਹੀਂ ਹੈਗੀ। ਬਿਲਕੁਲ ਜੀ, ਔਰ ਮੀਡੀਆ ਨੂੰ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਉਹ ਨਿਭਾਉਣੀ ਚਾਹੀਦੀ ਹੈ। ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਕਿ ਜੰਮੂ ਤੇ ਕਸ਼ਮੀਰ ਹਾਈ ਕੋਰਟ ਵੱਲੋਂ UAPA ਦੇ ਕੇਸ ਦੇ ਅੰਦਰ ਜਿਹੜਾ ਹੈ ਇੱਕ ਫਾਰਮਾਸਿਸਟ ਨੂੰ ਜਿਹੜਾ ਹੈ ਜ਼ਮਾਨਤ ਦਿੱਤੀ ਗਈ ਹੈ। ਕੀ ਕੇਸ ਕੀ ਸੀਗਾ ਅਵਤਾਰ ਸਿੰਘ ਜੀ, ਤੇ ਕਿਸ ਤਰੀਕੇ ਨਾਲ ਇਹਨਾਂ ਨੂੰ ਜ਼ਮਾਨਤ ਮਿਲੀ? ਉਹ ਫਾਰਮਾਸਿਸਟ ਨੂੰ ਵੀ ਇਹਨਾਂ ਨੇ ਅਨਲੌਫੁਲ ਐਕਟੀਵਿਟੀ ਐਕਟ ਵਿੱਚ ਫੜਿਆ ਸੀ ਤੇ ਉਹਦੇ ਤੇ ਦੋਸ਼ ਲਾਇਆ ਸੀਗਾ ਵੀ ਉਹਨੇ ਕੁਝ ਇਹੋ ਜਿਹੇ ਲੋਕਾਂ ਨੂੰ ਦਵਾਈ ਦਿੱਤੀ ਹੈ ਜਿਨ੍ਹਾਂ ਤੇ ਅੱਤਵਾਦੀ ਸਰਗਰਮੀਆਂ ਵਿੱਚ ਸ਼ਾਮਲ ਹੋਣ ਦਾ ਸ਼ੱਕ ਹੈਗਾ। ਸੋ ਉਹ ਜਨਵਰੀ ਤੋਂ ਜੇਲ੍ਹ ਵਿੱਚ ਬੰਦ ਸੀ। ਹੁਣ ਜੰਮੂ ਐਂਡ ਕਸ਼ਮੀਰ ਹਾਈ ਕੋਰਟ ਨੇ ਉਹਨੂੰ ਜ਼ਮਾਨਤ ਦਿੱਤੀ ਆ। ਉਹਨਾਂ ਨੇ ਆਖਿਆ ਹੈਗਾ ਵੀ ਹਰ ਫਾਰਮਾਸਿਸਟ ਦਾ ਧਰਮ ਹੈਗਾ ਵੀ ਉਹ ਜੇ ਕਿਸੇ ਦੀ ਜਾਨ ਖਤਰੇ ਵਿੱਚ ਆ ਤਾਂ ਸਭ ਤੋਂ ਪਹਿਲਾਂ ਉਸ ਬੰਦੇ ਦੀ ਜਾਨ ਬਚਾਵੇ, ਉਹ ਤੋਂ ਬਾਅਦ ਇਹ ਗੱਲਾਂ ਨੇ ਵੀ ਉਹ ਕੌਣ ਸੀ, ਉਹ ਪੁਲਿਸ ਵਾਲਾ ਸੀ, ਉਹ ਅੱਤਵਾਦੀ ਸੀ ਜਾਂ ਕੋਈ ਹੋਰ ਸੀ, ਵੀ ਕਿਸੇ ਦਾ ਧਰਮ ਜਾਂ ਕੰਮ ਜਾਂ ਜਾਤ ਨਹੀਂ ਪੁੱਛਣੀ, ਸਭ ਤੋਂ ਪਹਿਲਾਂ ਉਹਦੀ ਜਾਨ ਬਚਾਉਣੀ ਹੈਗੀ। ਸੋ ਰਾਹਤ ਦਿੱਤੀ। ਅਸੀਂ ਸਮਝਦੇ ਹਾਂ ਕਿ ਇੰਡੀਅਨ ਜੁਡੀਸ਼ਰੀ ਦੇ ਜਿਹੜੀਆਂ ਕੁਝ ਕਣ ਬਾਕੀ ਰਹਿ ਗਏ ਨੇ ਉਹਨਾਂ ਵਿੱਚ ਇਹ ਫੈਸਲਾ ਵੀ ਸਵਾਗਤਯੋਗ ਹੈ। ਨਹੀਂ ਤਾਂ ਹੈਗਾ ਵੀ ਬਹੁਤੇ ਫੈਸਲੇ ਜਿਹੜੇ ਪੁਲਿਸ ਦੇ ਹੱਕ ਵਿੱਚ ਹੀ ਆ ਰਹੇ ਨੇ। ਸੋ ਇਹ UAPA ਕੇਸ ਦੇ ਤਹਿਤ ਉਹਨਾਂ ਨੂੰ ਇੱਕ ਫਾਰਮਾਸਿਸਟ ਨੂੰ ਜ਼ਮਾਨਤ ਦਿੱਤੀ ਗਈ ਹੈ। ਅਸੀਂ ਇਹਦਾ ਸਵਾਗਤ ਕਰਦੇ ਹਾਂ। ਠੀਕ ਹੈ, ਉਹਦਾ ਤੇ ਕੇਸ ਹੈ ਜਿਹੜਾ ਚਲਾਇਆ ਜਾਵੇ, ਪਰ ਜ਼ਿਆਦਾ ਇੰਟੀਮੀਡੇਸ਼ਨ ਹੋ ਰਹੀ ਹੈ। ਚਾਹੇ ਪਹਿਲਾਂ ਟਾਈਮ ਟਾਡਾ ਦੀ ਵੀ ਗਲਤ ਵਰਤੋਂ ਹੋਈ ਹੈ। ਈਵਨ ਟਾਡਾ 'ਚ ਤੁਸੀਂ ਦੇਖਿਆ ਵੀ ਆਪਾਂ ਉੱਤਰ ਪ੍ਰਦੇਸ਼ ਦੇਖਿਆ ਵੀ ਪੋਲੀਟੀਕਲ ਲੀਡਰਾਂ ਨੂੰ ਫੜਿਆ ਗਿਆ। ਈਵਨ ਪੰਜਾਬ ਵਿੱਚ ਵੀ ਬਹੁਤ ਸਾਰੇ ਜਿਹੜੇ ਪੋਲੀਟੀਕਲ ਲੀਡਰਸ਼ਿਪ ਆ ਜਿਨ੍ਹਾਂ ਦਾ ਹਥਿਆਰਬੰਦ ਲੜਾਈ ਨਾਲ ਕੋਈ ਸੰਬੰਧ ਨਹੀਂ ਸੀ, ਉਹਨਾਂ ਨੂੰ ਵੀ ਟਾਡਾ ਦੇ ਕੇਸਾਂ ਵਿੱਚ ਫੜਿਆ ਗਿਆ। ਸੋ ਮਿਸਯੂਜ਼ ਆ ਜਿਹੜਾ ਕੇਸਾਂ ਉਹਦਾ ਉਹ ਜ਼ਿਆਦਾ ਹੋ ਰਿਹਾ। ਪਿਛਲੇ ਦਿਨੀ ਮੈਂ ਸੁਣ ਰਿਹਾ ਸੀਗਾ ਇੱਕ ਸੀਨੀਅਰ ਪੱਤਰਕਾਰ ਨੇ ਦਾ ਟ੍ਰਿਬਿਊਨ ਦੇ, ਤੇ ਉਹਨਾਂ ਦੀ ਮੈਂ ਵੀਡੀਓ ਸੁਣ ਰਿਹਾ ਸੀ, ਉਹਨਾਂ ਨੇ ਵੀ ਇਹੀ ਗੱਲ ਉਠਾਈ ਹੈਗੀ। ਉਹ ਕਹਿੰਦੇ ਵੀ ਪੁਲਿਸ ਇਨਵੈਸਟੀਗੇਸ਼ਨ ਦੇ ਕੈਪੇਬਲ ਨਹੀਂ ਹੈ, ਉਹਨਾਂ ਨੂੰ ਬਹੁਤ ਸਾਰੇ ਸਬੂਤ ਜਟਾਉਣੇ ਪੈਂਦੇ ਹੈਗੇ ਆ, ਬਹੁਤ ਜਿਹੜਾ ਕਾਰਜ ਆ ਉਹ ਕਰਨਾ ਪੈਂਦਾ, ਬਹੁਤ ਮਿਹਨਤ ਕਰਨੀ ਪੈਂਦੀ ਹੈ। ਸੋ ਇਸ ਮਿਹਨਤ ਤੋਂ ਡਰਦੇ ਮਾਰੇ ਜਾਂ ਉਹਨਾਂ ਨੂੰ ਇਹ ਲੱਗਦਾ ਵੀ ਸਾਨੂੰ ਸਬੂਤ ਇਕੱਠੇ ਕਰਨ ਦੀ ਲੋੜ ਹੀ ਨਹੀਂ, ਇਸੇ ਕਰਕੇ ਉਹ ਸਰਕਾਰ ਤੇ ਦਬਾਅ ਪਾਉਂਦੇ ਆ ਵੀ ਕਾਨੂੰਨ ਸਖਤ ਬਣਾ ਦਿਓ ਜਿਹਦੇ ਵਿੱਚ 2-3 ਸਾਲ ਬੰਦੇ ਨੂੰ ਜ਼ਮਾਨਤ ਹੀ ਨਾ ਮਿਲੇ। 2-3 ਸਾਲਾਂ ਬਾਅਦ ਬੰਦਾ ਜੇ ਜ਼ਮਾਨਤ ਤੇ ਆ ਵੀ ਜਾਵੇ, ਜਾਨੂੰ ਕੇਸ ਭੁੱਲ ਭੁਲਾ ਜਾਂਦਾ, ਜੇ ਬਾਅਦ ਚੋਂ ਬਰੀ ਵੀ ਹੋ ਜਾਵੇ ਤਾਂ ਕੋਈ ਗੱਲ ਨਹੀਂ। ਹੁਣ ਉਹ ਵੀ ਦਵਿੰਦਰ ਪਾਲ ਨੇ ਇੰਗਲਿਸ਼ ਟ੍ਰਿਬਿਊਨ ਦੇ, ਤੇ ਉਹਨਾਂ ਦਾ ਸੀ, ਉਹ ਕਹਿੰਦਾ ਮੈਂ TADA ਐਕਟ ਜਿਹੜਾ ਟਾਡਾ ਐਕਟ ਸੀਗਾ ਉਹਦੀਆਂ ਜਿਹੜੀਆਂ ਨਾ ਵੀ ਪ੍ਰੋਸੀਕਿਊਸ਼ਨ ਦਾ ਜਾਂ ਸਜ਼ਾ ਦੇਣ ਦਾ ਡਰ ਦੇਖੀ ਆ। ਉਹ ਕਹਿੰਦਾ ਵੀ ਸਿਰਫ 10% ਲੋਕਾਂ ਨੂੰ ਸਜ਼ਾ ਹੋਈ ਆ, 90% ਲੋਕਾਂ ਨੂੰ ਸਬੂਤ ਨਾ ਹੋਣ ਕਰਕੇ ਜਾਂ ਐਵੇਂ ਫਸਾਉਣ ਕਰਕੇ ਹੋਇਆ। ਉਹ ਕਹਿੰਦਾ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਨਿਰਦੋਸ਼ ਸੀ, ਹਨਾ, ਹੋ ਸਕਦਾ ਕੁਝ ਸ਼ਾਮਲ ਵੀ ਹੋਣ, ਪਰ ਉਹਨਾਂ ਵਿੱਚ ਪੁਲਿਸ ਉਹਦੀ ਜਿਹੜਾ ਵਰਕਿੰਗ ਪੈਟਰਨ ਆ ਜਾਂ ਜਿਹੜਾ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਆ ਉਹ ਨਹੀਂ ਹੈਗਾ। ਉਹ ਆਪਣੇ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਨੂੰ ਨਹੀਂ ਸੁਧਾਰ ਰਹੇ। ਇਹ ਆ ਵੀ ਇੱਕ ਤਰ੍ਹਾਂ ਨਾਲ ਸਖਤ ਕਾਨੂੰਨ ਬਣਾਓ, 2-4-5 ਸਾਲ ਜ਼ਮਾਨਤ ਹੀ ਨਾ ਮਿਲੇ। ਸੋ ਇਹੀ UAPA ਦਾ ਡੰਡੇ ਵਾਲਾ ਕੰਮ ਜਿਹੜਾ ਪਹਿਲਾਂ ਚੱਲਦਾ ਸੀ ਉਹੀ ਹੁਣ ਚੱਲਦਾ ਪਿਆ, ਜੋ ਮਿਸਯੂਜ਼ ਹੋ ਰਿਹਾ। ਸੋ ਕਾਨੂੰਨ ਹੋਣੇ ਚਾਹੀਦੇ ਸਖਤ, ਪਰ ਸਿਰਫ ਉਹਨਾਂ ਲੋਕਾਂ ਲਈ ਜਿਹੜੇ ਐਕਚੁਅਲੀ ਸ਼ਾਮਲ ਨੇ, ਹਨਾ, ਵੀ ਸਾਰਿਆਂ ਨੇ ਨਾ, ਵੀ ਕਿਸੇ ਵੀ ਪੋਲੀਟੀਕਲ ਆਪੋਨੈਂਟ ਤੇ ਜਾਂ ਹੁਣ ਜਿੱਦਾਂ ਉਹ ਅਰਬਨ ਨਕਸਲ ਕਹਿ ਕੇ ਉਹ ਵਿਦਵਾਨ ਨੇ ਜਿਹੜੇ ਉਹ ਫੜੇ ਹੋਏ ਨੇ। ਸੋ ਇਹ ਗੱਲਾਂ ਬਿਲਕੁਲ ਗਲਤ ਨੇ। ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਕਿ ਭਾਰਤ ਅਤੇ ਚੀਨ ਦੇ ਵਿਚਾਲੇ ਜਿਹੜਾ ਹੈ ਡੋਕਲਾਮ ਦੇ ਲਾਗੇ ਦੁਬਾਰਾ ਜਿਹੜੀ ਸਿਚੁਏਸ਼ਨ ਸਾਹਮਣੇ ਹੋਈ ਹੈ, ਕਿਤੇ ਨਾ ਕਿਤੇ ਜਿਹੜੀ ਦੁਬਾਰਾ ਜਿਹੜੀਆਂ ਕਾਰਵਾਈਆਂ ਨੇ ਦੋਨਾਂ ਦੇਸ਼ਾਂ ਦੇ ਵਿਚਕਾਰ, ਜਿਹੜਾ ਖਟਮਿਟਾ ਜਿਹੜਾ ਹੈ ਕਾਫੀ ਲੰਬੇ ਸਮੇਂ ਤੋਂ ਜਿਹੜਾ ਸਿਚੁਏਸ਼ਨ ਚੱਲ ਰਹੀ ਸੀ, ਔਰ ਉਸ ਦੇ ਵਿੱਚ ਜਿਹੜਾ ਹੈ ਕਿਤੇ ਨਾ ਕਿਤੇ ਦੁਬਾਰਾ ਜਿਹੜੀ ਮੁੱਠਭੇੜ ਆਪਾਂ ਕਹਿ ਸਕਦੇ ਹਾਂ ਕਿ ਛੋਟੇ ਲੈਵਲ ਤੇ ਹੋਈ ਹੈਗੀ। ਅਵਤਾਰ ਸਿੰਘ ਜੀ, ਕੀ ਇਹ ਸਾਰਾ ਮਸਲਾ ਕੀ ਹੈ? ਹਾਂਜੀ, ਇਹ ਪਿਛਲੇ ਦਿਨੀ ਡੋਕਲਾਮ ਤੋਂ ਲਦਾਖ ਦੇ ਦਰਮਿਆਨ ਕਿਸੇ ਪੁਆਇੰਟ ਤੇ ਜਿਸ ਤਰ੍ਹਾਂ ਹੋਈ ਆ, ਉਹ ਕਹਿੰਦੇ ਵੀ ਦੁਬਾਰੇ ਉਹਨਾਂ ਨੇ ਘੁਸਪੈਠ ਕਰਨ ਦੀ ਯਤਨ ਕੀਤਾ ਸੀਗਾ ਚਾਈਨੀਜ਼ ਫੌਜ ਨੇ, ਤੇ ਕਿਉਂਕਿ ਇਹਨਾਂ ਦੇ ਸੈਟੇਲਾਈਟ ਇਮੇਜਰੀ ਤੋਂ ਇਹਨਾਂ ਨੇ ਪਹਿਲਾਂ ਹੀ ਭਾਰਤ ਦੇ ਫੌਜੀਆਂ ਨੇ ਤੇ ਇੰਟੈਲੀਜੈਂਸ ਨੇ ਉਹਨਾਂ ਦੀਆਂ ਜਿਹੜੀਆਂ ਮੂਵਮੈਂਟ ਸੀਗੀਆਂ ਉਹ ਦੇਖੀਆਂ ਵੀ ਉੱਥੇ ਲਾਗੇ ਕਾਫੀ ਸਾਰੀ ਮੂਵਮੈਂਟ ਆ ਜਿਹੜੀ ਹੋ ਰਹੀ ਹੈ। ਸੋ ਸਤਰਕ ਹੋ ਗਏ ਇਹਨਾਂ ਨੇ, ਆਪਣੀਆਂ ਫੌਜੀ ਡਿਵੀਜ਼ਨਸ ਨੇ ਜਿਹੜੇ ਉਸ ਥਾਂ ਦੇ ਲਾਗੇ ਭੇਜੇ ਤੇ ਉਹਨਾਂ ਨੂੰ ਵਾਪਸ ਖਦੇੜ ਦਿੱਤਾ ਹੋਇਆ। ਸੋ ਮੇਰਾ ਖਿਆਲ ਹੋ ਸਕਦਾ ਵੀ ਉਹਨਾਂ ਨੇ ਚਾਈਨੀਜ਼ ਫੌਜੀਆਂ ਨੇ ਦੁਬਾਰੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਹੋਵੇ। ਸੋ ਇਸ ਸੰਦਰਭ ਚੋਂ ਇਹ ਭਾਰਤ ਦਾ ਵਰਸ਼ਨ ਆਇਆ ਹੈਗਾ ਵੀ ਅਸੀਂ ਉਹਨਾਂ ਨੂੰ ਵਾਪਸ ਭੇਜ ਦਿੱਤਾ ਹੋਇਆ। ਸੋ ਹੁਣ ਸਥਿਤੀ ਹੈ ਜਿਹੜੀ
ਲਾਈਨ ਆਫ ਐਕਚੁਅਲ ਕੰਟਰੋਲ ਹੈਗੀ ਆ, ਉਹ ਜਿੱਥੇ ਅਸੀਂ ਹੈਗੀ ਆ ਸਾਡੀ ਵੀ ਅਸੀਂ ਉੱਥੇ ਗਸ਼ਤ ਕਰ ਰਹੇ ਹੈਗੇ ਵੀ ਉਹਨਾਂ ਨੇ ਕੋਈ ਇਲਾਕਾ ਨਹੀਂ ਦੱਬਿਆ ਹੈਗਾ। ਬਿਲਕੁਲ ਜੀ। ਔਰ ਚੀਨ ਨੇ ਜਿਹੜਾ ਹੈ ਗਲੋਬਲ ਟਾਈਮਸ ਜਿਹੜਾ ਉਹਨਾਂ ਦਾ ਅਖਬਾਰ ਜਿਹੜਾ ਹੈ ਛਪਦਾ, ਉਸ ਦੇ ਜ਼ਰੀਏ ਜਿਹੜਾ ਕਿਹਾ ਹੈਗਾ ਕਿ 1962 ਨਾਲੋਂ ਵੀ ਵਧੇਰੇ ਨੁਕਸਾਨ ਅਸੀਂ ਜੰਗ ਦੇ ਵਿੱਚ ਭਾਰਤ ਦਾ ਕਰ ਸਕਦੇ ਹਾਂ, ਇੰਨੀ ਸਾਡੇ ਕੋਲ ਜਿਹੜੀ ਅਸੀਂ ਇੰਨਾ ਸક્ષਮ ਹੈਗੇ ਹਾਂ। ਕੀ ਕਹੋਗੇ ਅਵਤਾਰ ਸਿੰਘ ਜੀ ਗਲੋਬਲ ਟਾਈਮਸ ਦੇ ਹਵਾਲੇ ਦੇ ਨਾਲ ਜਿਹੜੀ ਇਹ ਖਬਰ ਛਪੀ? ਹਾਂਜੀ ਹਾਂਜੀ, ਆ ਗਲੋਬਲ ਟਾਈਮਸ ਪਿਛਲੇ ਦਿਨ ਐਡੀਟੋਰੀਅਲ ਛਪਿਆ ਜਿਹਨੂੰ ਟਾਈਮਸ ਆਫ ਇੰਡੀਆ ਨੇ ਇੰਡੀਆ ਵਿੱਚ ਉਹ ਦੁਬਾਰੇ ਪ੍ਰਸਾਰਿਤ ਕੀਤਾ ਹੈਗਾ। ਹੁਣ ਤੁਸੀਂ ਦੇਖ ਸਕਦੇ ਹੋ ਵੀ ਪਿਛਲੇ ਦਿਨਾਂ ਤੋਂ ਸਾਊਥ ਚਾਈਨਾ ਸੀ ਵਿੱਚ ਕਾਫੀ ਜ਼ਿਆਦਾ ਟੈਨਸ਼ਨ ਸ਼ੁਰੂ ਹੋਈ ਆ। ਚਾਈਨਾ ਨੇ 2-3 ਮਿਜ਼ਾਈਲਾਂ ਦਾਗ ਕੇ ਅਮਰੀਕਾ ਦੇ ਜਿਹੜੇ ਬੇੜੇ ਉੱਥੇ ਖੜੇ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਹੈਗੀ, ਇੱਕ ਤਰ੍ਹਾਂ ਨਾਲ ਇਨਡਾਇਰੈਕਟ ਸੰਦੇਸ਼ ਦਿੱਤਾ ਹੈਗਾ। ਸੋ ਹੁਣ ਗਲੋਬਲ ਟਾਈਮਸ ਨੇ ਜਿਹੜਾ ਐਡੀਟੋਰੀਅਲ ਛਾਪ ਕੇ ਉਹ ਇਹ ਗੱਲ ਕੀਤੀ ਹੈ ਕਿ ਉਹਨਾਂ ਨੇ ਬਿਲਕੁਲ ਸਪਸ਼ਟ ਕਿਹਾ ਵੀ ਭਾਰਤ ਦਾ ਨਾਂ ਲੈ ਕੇ ਵੀ ਤੇ ਥੋੜ੍ਹਾ ਸਿੱਧੇ ਢੰਗ ਨਾਲ ਵੀ ਜੇ ਭਾਰਤ ਇਸ ਖਿੱਤੇ ਵਿੱਚ ਰਹਿਣਾ ਚਾਹੁੰਦਾ ਹੈ ਤਾਂ ਉਹਨੂੰ ਆਪਣੇ ਗਵਾਂਢੀਆਂ ਨਾਲ ਚੰਗੇ ਸੰਬੰਧ ਬਣਾ ਕੇ ਰੱਖਣੇ ਚਾਹੀਦੇ ਆ। ਸੋ ਗਲੋਬਲ ਟਾਈਮਸ ਨੇ ਇਹ ਕਿਹਾ ਹੈਗਾ, ਉਹ ਕਹਿੰਦਾ ਵੀ ਜੇ ਕੋਈ ਇਹ ਸਮਝੇ ਵੀ ਅਮਰੀਕਾ ਦਾ ਸਹਾਰਾ ਲੈ ਕੇ ਉਹ ਚਾਈਨਾ ਨੂੰ ਖਦੇੜ ਦੇਗਾ ਜਾਂ ਡਰਾ ਲਏਗਾ, ਸੋ ਇਹ ਭੁਲੇਖਾ ਹੈਗਾ। ਸੋ ਇਹ ਸਪਸ਼ਟ ਇੱਕ ਤਰ੍ਹਾਂ ਨਾਲ ਫੌਜੀ ਬਿਆਨ ਆ, ਉਹਨਾਂ ਨੇ ਐਡੀਟੋਰੀਅਲ ਛਾਪਿਆ। ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਵੀ ਜਿੱਦਾਂ ਜਨਰਲ ਬਿਪਨ ਰਾਵਤ ਦੇ ਬਿਆਨ ਆਉਂਦੇ ਆ ਇੰਡੀਆ ਵੱਲੋਂ, ਇਹ ਫੌਜੀ ਬਿਆਨ ਆ ਜਿਹੜਾ ਗਲੋਬਲ ਟਾਈਮਸ 'ਚ ਆਇਆ ਵੀ ਉਹ ਚਾਈਨਾ ਵੱਲੋਂ ਆਇਆ ਹੈਗਾ ਵੀ ਭਾਰਤ ਅਮਰੀਕਾ ਦਾ ਸਹਾਰਾ ਲੈ ਕੇ ਕਿਤੇ ਇਹ ਨਾ ਸਮਝੇ ਵੀ ਚਾਈਨਾ ਨੂੰ ਕਮਜ਼ੋਰ ਕਰ ਲਊਗਾ। ਵੀ ਆਰ ਕੈਪੇਬਲ ਆਫ ਡਿਫੀਟਿੰਗ ਦੈਮ ਮੋਰ ਦੈਨ 1962, ਵੀ ਉਹਦੇ ਨਾਲੋਂ ਵੀ ਜ਼ਿਆਦਾ ਨੁਕਸਾਨ ਆ ਜਿਹੜਾ ਅਸੀਂ ਕਰ ਸਕਦੇ ਹੈਗੇ ਆ ਭਾਰਤ ਦਾ। ਬਿਲਕੁਲ ਜੀ। ਔਰ ਭਾਰਤ ਦੇ ਵੱਲੋਂ ਜਿਹੜਾ ਹੈ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦੇ ਵਿੱਚ ਕਸ਼ਮੀਰ ਬਾਰੇ ਸਾਰੇ ਪੁਰਾਣੇ ਮਤੇ ਜਿਹੜਾ ਹੈ ਖਤਮ ਕਰਨ ਦੀ ਜਿਹੜੀ ਮੰਗ ਹੈ ਉਹ ਰੱਖੀ ਗਈ ਹੈ। ਅਵਤਾਰ ਸਿੰਘ ਜੀ ਪੁਰਾਣੇ ਮਤਿਆਂ ਦੇ ਵਿੱਚ ਕਿਹੜੇ ਮਤੇ ਇਸ ਦੇ ਵਿੱਚ ਆ ਜਾਂਦੇ? ਜੀ ਵੱਡਾ ਮਸਲਾ ਤਾਂ ਉਹੀ ਹੈਗਾ ਵੀ ਜਿਹੜਾ ਇੱਕ 1949 ਦਾ ਮਤਾ ਹੈਗਾ ਨਾ, ਸ਼ਾਇਦ 1320 ਨੰਬਰ ਹੈ, ਵੀ ਉਹਦੇ ਵਿੱਚ ਹੈਗਾ ਵੀ ਕਸ਼ਮੀਰ ਦੇ ਲੋਕਾਂ ਨੂੰ ਖੁਦ ਮੁਖਤਿਆਰੀ ਦਾ ਹੱਕ ਦਿੱਤਾ ਗਿਆ ਸੀ, ਦੋਵਾਂ ਕਸ਼ਮੀਰਾਂ ਦੇ ਨੂੰ। ਜੀ ਜੀ। ਵੀ ਦੋਵੇਂ ਕਸ਼ਮੀਰਾਂ ਦੇ ਲੋਕ ਆ ਜਿਹੜੇ ਉਹ ਵੋਟ ਪਾ ਕੇ ਇਹ ਡਿਸਾਈਡ ਕਰਨਗੇ ਵੀ ਉਹਨਾਂ ਨੇ ਭਾਰਤ ਨਾਲ ਰਹਿਣਾ ਜਾਂ ਪਾਕਿਸਤਾਨ ਨਾਲ ਰਹਿਣਾ ਜਾਂ ਫਿਰ ਉਹਨਾਂ ਨੇ ਆਪਣਾ ਵੱਖਰਾ ਮੁਲਕ ਆ ਜਿਹੜਾ ਬਣਾਉਣਾ। ਸੋ ਇਸ ਕਿਸਮ ਦਾ ਜਿਹੜਾ ਰੈਫਰੈਂਡਮ, ਕਿਉਂਕਿ ਜਦੋਂ 1947 ਤੋਂ ਇੱਕਦਮ ਬਾਅਦ ਹੀ ਉੱਥੇ ਹਮਲਾ ਹੋ ਗਿਆ ਸੀਗਾ, ਜਨਰਲ ਹਰੀ ਸਿੰਘ ਜਿਹੜੇ ਉੱਥੇ ਰਾਜੇ ਸੀਗੇ ਉਹਨਾਂ ਨੇ ਫਿਰ ਭਾਰਤ ਸਰਕਾਰ ਕੋਲ ਅਪਰੋਚ ਕੀਤੀ ਸੀ। ਸੋ ਭਾਰਤ ਸਰਕਾਰ ਨੇ ਉਹਨਾਂ ਨੂੰ ਇਹ ਬੇਨਤੀ ਕਰੀ ਸੀ ਵੀ ਤੁਸੀਂ ਸਾਡੇ ਨਾਲ ਰਲ ਜਾਓ ਆ ਕੇ ਇਹ ਇਲਾਕਾ, ਵੀ ਅਸੀਂ ਤਾਂ ਤੁਹਾਡੀ ਸਹਾਇਤਾ ਕਰਾਂਗੇ। ਇੱਕ ਤਰ੍ਹਾਂ ਨਾਲ ਚਾਹੇ ਸਹਾਇਤਾ ਵੀ ਕਹਿ ਲਓ ਚਾਹੇ ਬਲੈਕਮੇਲਿੰਗ ਆਏ, ਤਾਂ ਹੁਣ ਉਦੋਂ ਜਿਹੜੀ ਪੋਲੀਟੀਕਲ ਸਿਚੁਏਸ਼ਨ ਸੀ ਵੀ ਜੇ ਤੁਸੀਂ ਸਾਡੇ ਨਾਲ ਰਲਦੇ ਹੋ ਤਾਂ ਸਹਾਇਤਾ ਕਰਾਂਗੇ ਅਸੀਂ। ਸੋ ਉਹਨੂੰ ਮਜਬੂਰੀ ਬਸ ਇੱਕ ਤਰ੍ਹਾਂ ਨਾਲ ਰਲਣਾ ਪਿਆ ਵੀ ਐਡ ਕਰਨਾ ਪਿਆ। ਉਹ ਤੋਂ ਬਾਅਦ ਫਿਰ ਯੂਨਾਈਟਿਡ ਨੇਸ਼ਨ ਵਿੱਚ ਇਹ ਕੇਸ ਗਿਆ, ਉਹਦੇ ਵਿੱਚ ਇਹ ਮਤੇ ਸੀਗੇ ਵੀ ਖੁਦ ਮੁਖਤਿਆਰੀ ਦਾ ਜਿਹੜਾ ਹੱਕ ਕਸ਼ਮੀਰੀ ਲੋਕਾਂ ਨੂੰ ਦਿੱਤਾ ਜਾਊਗਾ। ਸੋ ਧਾਰਾ 370 ਖਤਮ ਕਰਨ ਤੋਂ ਬਾਅਦ ਹੁਣ ਭਾਰਤ ਸਰਕਾਰ ਨੇ UN ਸਿਕਿਉਰਿਟੀ ਕਾਉਂਸਲ ਵਿੱਚ ਇਹ ਪਾਇਆ ਹੈਗਾ ਬਈ ਉਹ ਜਿਹੜੇ ਪੁਰਾਣੇ ਮਤੇ ਆ ਉਹ ਰੱਦ ਕੀਤੇ ਜਾਣ, ਜਿਹਦੇ ਵਿੱਚ ਖਾਸ ਕਰਕੇ ਉਹਨਾਂ ਨੂੰ ਖੁਦ ਮੁਖਤਿਆਰੀ ਦਾ ਹੱਕ ਦਿੱਤਾ ਗਿਆ ਵੀ ਉਹ ਖਤਮ ਕੀਤਾ ਜਾਵੇ। ਹੁਣ ਇਹ ਡਿਵਾਈਡਡ ਹੈਗਾ ਵੀ ਜਿਹੜਾ ਆ ਇੰਡੀਅਨ ਐਡਮਿਨਿਸਟ੍ਰੇਟਡ ਕਸ਼ਮੀਰ ਆ ਉਹ ਇੰਡੀਆ ਦੇ ਥੱਲੇ ਆ, ਜਿਹੜਾ POK ਵਾਲਾ ਉਹਨਾਂ ਦੇ ਥੱਲੇ ਹੈਗੇ ਵੀ ਇਸ ਤਰ੍ਹਾਂ ਸਟੇਟਸ ਕੋ ਆ ਉਹ ਬਹਾਲ ਕਰ। ਪਰ ਕੀ ਇਸ ਤਰ੍ਹਾਂ ਯੂਨਾਈਟਿਡ ਜੇ ਆਪਾਂ ਕਹੀਏ ਨੇਸ਼ਨ ਸਿਕਿਉਰਿਟੀ ਕਾਉਂਸਲ ਉਹ ਕੀ ਇਹ ਮਤੇ ਜਿਹੜੇ ਆ ਕਰ ਸਕਦੀ ਖਾਰਜ ਕਿ ਨਹੀਂ? ਉਹ ਦੇਖੇਗਾ ਹੁਣ, ਕਿਉਂਕਿ ਸਿਕਿਉਰਿਟੀ ਕਾਉਂਸਲ ਦੀਆਂ ਮੀਟਿੰਗਸ ਹੋਣਗੀਆਂ ਆਇਦਾ, ਉਹ ਸੁਣਦੇ ਵੀ ਨੇ ਜਾਂ ਵੋਟਿੰਗ ਵੀ ਕਿਤੇ ਨਾ ਕਿਤੇ ਹੋਊਗੀ, ਵੋਟਿੰਗ ਹੋਊਗੀ। ਇਹ ਲੰਬਾ ਪ੍ਰੋਸੈਸ ਹੈਗਾ, ਪਰ ਇਨੀਸ਼ੀਅਲੀ ਭਾਰਤ ਨੇ ਬੇਨਤੀ ਕੀਤੀ ਆ। ਹੁਣ ਉਹ ਤੋਂ ਬਾਅਦ ਅੱਗੇ ਸਟੈਪ ਬਾਏ ਸਟੈਪ ਜਿਹੜੀ ਡਿਵੈਲਪਮੈਂਟ ਹੋਊਗੀ ਉਹ ਆਪਾਂ ਸਾਂਝੀ ਕਰਦੇ ਰਹਾਂਗੇ। ਬਿਲਕੁਲ ਜੀ। ਔਰ ਜਰਮਨੀ ਦੇ ਵੱਲੋਂ ਜਿਹੜਾ ਹੈ ਰਸ਼ੀਆ ਦੀ ਵਿਰੋਧੀ ਧਿਰ ਦੇ ਜਿਹੜੇ ਨੇਤਾ ਹੈਗੇ ਨੇ ਐਲੈਕਸਾਈ ਨੈਵਲਿਨੀ ਨੂੰ ਜਿਹੜਾ ਹੈ ਜ਼ਹਿਰ ਦੇਣ ਤੇ ਇੱਕ ਵੱਡਾ ਖੁਲਾਸਾ ਜਿਹੜਾ ਹੈ ਸਾਹਮਣੇ ਕੀਤਾ ਗਿਆ। ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਦੱਸ ਕੇ ਆਏ ਸਾਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਉਹਨਾਂ ਨੂੰ ਉੱਥੇ ਜ਼ਹਿਰ ਦਿੱਤਾ ਗਿਆ ਔਰ ਜਰਮਨੀ ਜਿਹੜਾ ਉਸ ਟਾਈਮ ਤੇ ਕੋਸ਼ਿਸ਼ ਕਰ ਰਿਹਾ ਸੀ ਕਿ ਉਹਨਾਂ ਨੂੰ ਉੱਥੋਂ ਰਸ਼ੀਆ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਤੇ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਜਾਨ ਹੈ ਉਹ ਬਚਾਈ ਜਾਵੇ ਔਰ ਜਰਮਨੀ ਇਸ ਦੇ ਵਿੱਚ ਜਿਹੜਾ ਸਫਲ ਵੀ ਹੋਇਆ ਹੈਗਾ। ਅਵਤਾਰ ਸਿੰਘ ਜੀ ਕੀ ਹੈਗੀ ਹੁਣ ਉਹਨਾਂ ਦੇ ਹਾਲਾਤ ਕੀ ਨੇ? ਹਾਂਜੀ ਹਾਂਜੀ, ਮਿਸਟਰ ਅਲੈਕਸਾਈ ਦਾ ਹੁਣ ਹਾਲੇ ਇਲਾਜ ਚੱਲ ਰਿਹਾ ਪਰ ਹਾਲੇ ਗੰਭੀਰ ਸਥਿਤੀ ਆ ਉਹਨਾਂ ਦੀ। ਪਰ ਮੇਰਾ ਖਿਆਲ ਕਿਉਂਕਿ ਜਰਮਨੀ ਐਕਸਪਰਟ ਹੈਗਾ ਇਸ ਕਿਸਮ ਦੀ ਜਿਹੜੀ ਇਸ ਕਿਸਮ ਦੀਆਂ ਜ਼ਹਿਰਾਂ ਨੇ ਨਾ ਪੋਲੀਟੀਕਲ ਜ਼ਹਿਰਾਂ ਦਿੱਤੀਆਂ ਜਾਂਦੀਆਂ, ਉਹਦਾ ਐਕਸਪਰਟ ਹੈਗਾ। ਸਾਨੂੰ ਖਬਰਾਂ ਪਤਾ ਲੱਗੀਆਂ ਵੀ ਜਦੋਂ ਇੰਗਲੈਂਡ ਵਿੱਚ ਵੀ ਮਿਸਟਰ ਸਕ੍ਰਿਪਾਲ ਨੂੰ ਜ਼ਹਿਰ ਦਿੱਤੀ ਗਈ ਸੀ ਉਦੋਂ ਵੀ ਜਰਮਨ ਐਕਸਪਰਟਸ ਨੇ ਵੀ ਕਿਸੇ ਨਾ ਕਿਸੇ ਢੰਗ ਨਾਲ ਸਹਾਇਤਾ ਕੀਤੀ ਸੀ ਉਹਨਾਂ ਨੂੰ ਕਿਉਰ ਕਰਨ ਲਈ। ਸੋ ਹੁਣ ਮਿਸਟਰ ਅਲੈਕਸਾਈ ਨੈਵਲਿਨੀ ਆ ਜਿਹੜੇ ਉਹ ਜਰਮਨੀ ਦੇ ਹਸਪਤਾਲ ਵਿੱਚ ਨੇ। ਸੋ ਅੱਜ ਜਰਮਨ ਸਰਕਾਰ ਨੇ ਜਿਹੜੇ ਰਸ਼ੀਆ ਦੇ ਅੰਬੈਸਡਰ ਆ ਉਹਨਾਂ ਦੇ ਦੇਸ਼ ਵਿੱਚ ਉਹਨਾਂ ਨੂੰ ਬੁਲਾ ਕੇ ਸਾਰਾ ਪ੍ਰੋਟੈਸਟ ਕੀਤਾ ਔਰ ਦੱਸਿਆ ਹੈਗਾ ਵੀ ਉਹੀ ਨੋਵੀਚੁਕ ਜਿਹੜਾ ਇੱਥੇ ਮਿਸਟਰ ਸਕ੍ਰਿਪਾਲ ਨੂੰ ਦੇਣ ਦਾ ਯਤਨ ਕੀਤਾ ਗਿਆ ਸੀਗਾ ਸੇਲਜ਼ਬਰੀ ਵਿੱਚ, ਉਹ ਸੇਮ ਨਰਵ ਏਜੰਟ ਆ ਜਿਹੜਾ ਉਹ ਉਹਨਾਂ ਦੇ ਜਿਹੜੇ ਬਾਡੀ ਵਿੱਚ ਪਾਇਆ ਗਿਆ। ਸੋ ਉਹ ਰਸ਼ੀਆ ਐਜ਼ ਏ ਸਟੇਟ ਵੈਪਨ ਆ ਜਿਹੜਾ ਉਸ ਜ਼ਹਿਰ ਨੂੰ ਵਰਤ ਰਿਹਾ। ਸੋ ਬੜਾ ਕ੍ਰਿਟੀਕਲ ਔਰ ਇੰਟਰਨੈਸ਼ਨਲ ਲੈਵਲ ਤੇ ਕਾਫੀ ਦਬਾਅ ਜਿਹੜਾ ਰਸ਼ੀਆ ਦੇ ਖਿਲਾਫ ਬਣ ਰਿਹਾ ਹੈਗਾ, ਪਰ ਉਹ ਮੰਨਦੇ ਨਹੀਂ ਹੈਗੇ ਹਨ।
ਉਹ ਆਈ ਗਈ ਕਰ ਦਿੰਦੇ ਆ, ਪਹਿਲਾਂ ਵੀ ਨਹੀਂ ਮੰਨੇ ਤੇ ਹੁਣ ਵੀ ਨਹੀਂ ਮੰਨਦੇ। ਜਸਟ ਉਹਨਾਂ ਦੀ ਪਾਲਿਸੀ ਆ ਵੀ ਜਿਹੜਾ ਵਿਰੋਧ ਕਰਦਾ ਉਹਨੂੰ ਕਿਤੇ ਨਾ ਕਿਤੇ ਖਤਮ ਕਰ, ਜਿਹੜਾ ਪਾਸੇ ਕਰ ਦਿਓ। ਬਿਲਕੁਲ ਜੀ। ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਭਾਰਤ ਦੇ ਵਿੱਚ ਕਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਨੂੰ ਲੈ ਕੇ। ਕਰੋਨਾ ਮਹਾਮਾਰੀ ਦਾ ਜਿਹੜਾ ਕਹਿਰ ਹੈ ਭਾਰਤ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਜਾਰੀ ਹੈ। ਪਿਛਲੇ ਦਿਨੀ ਜਿਹੜਾ ਹੈ ਤਕਰੀਬਨ 83,000 ਜਿਹੜੇ ਨਵੇਂ ਕੇਸਿਸ ਨੇ ਉਹ ਵੀ ਜਿਹੜੇ ਨੇ ਇੱਕ ਦਿਨ ਦੇ ਵਿੱਚ ਜਿਹੜੇ ਸਾਹਮਣੇ ਆਏ ਹੈਗੇ ਆ। ਕੀ ਕਹੋਗੇ ਅਵਤਾਰ ਸਿੰਘ ਜੀ? ਹਾਂਜੀ, ਹੁਣ ਕਾਫੀ ਵੱਧ ਰਿਹਾ, ਮੈਨੂੰ ਲੱਗਦਾ ਵੀ ਹੁਣ ਉਹ ਪੀਕ ਵੱਲ ਲਗਾਤਾਰ ਵੱਧ ਰਿਹਾ। ਇੱਕ ਤਾਂ ਮੇਰੇ ਖਿਆਲ ਟੈਸਟਿੰਗ ਵੀ ਵੱਧ ਰਹੀ ਹੈਗੀ ਆ ਉਹਦੇ ਕਰਕੇ, ਦੂਜਾ ਇਹ ਹੋ ਰਿਹਾ ਵੀ ਜਿਹੜੀਆਂ ਟੈਸਟਿੰਗ ਟੀਮਾਂ ਨੇ ਉਹਨਾਂ ਦਾ ਬਹੁਤ ਵਿਰੋਧ ਹੋ ਰਿਹਾ। ਪੰਜਾਬ ਵਿੱਚੋਂ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਈਆਂ ਨੇ ਜਿਹਦੇ ਵਿੱਚ ਟੈਸਟਿੰਗ ਟੀਮਾਂ ਨੂੰ ਇੱਕ ਤਰ੍ਹਾਂ ਨਾਲ ਧੱਕਾ ਮੁੱਕੀ ਕੀਤੀ ਗਈ ਆ, ਭਜਾ ਦਿੱਤਾ ਗਿਆ। ਸੋ ਲੋਕ ਟੈਸਟ ਕਰਵਾਉਣਾ ਹੀ ਨਹੀਂ ਚਾਹੁੰਦੇ ਹਨਾ, ਉਹਨਾਂ ਨੂੰ ਲੱਗਦਾ ਵੀ ਜੇ ਟੈਸਟ ਆ ਗਿਆ ਸਾਨੂੰ ਆਈਸੋਲੇਸ਼ਨ 'ਚ ਰਹਿਣਾ ਪਊਗਾ, ਜਾਂ ਇੱਕ ਤਰ੍ਹਾਂ ਨਾਲ ਸੋਸ਼ਲ ਸਟਿਗਮਾ ਜਿਹਾ ਬਣ ਗਿਆ ਹੋਇਆ ਵੀ ਬਾਕੀ ਪਿੰਡ ਵਾਲੇ ਉਸ ਨਾਲ ਨਾਤਾ ਹੀ ਤੋੜ ਲੈਂਦੇ ਉਸ ਪਰਿਵਾਰ ਨਾਲੋਂ ਹਨਾ, ਜਿਸ ਤਰ੍ਹਾਂ। ਸੋ ਇਸ ਕਿਸਮ ਦੀ ਜਿਹੜੀ ਸਿਚੁਏਸ਼ਨ ਆ ਬਣੀ ਆ। ਸੋ ਪਿਛਲੇ ਦਿਨ 83,000 ਇੱਕ ਦਿਨ ਵਿੱਚ 83,000 ਆ ਉਹ ਕੀਤੇ ਗਏ। ਸੋ ਵਰਲਡ ਵਾਈਡ ਮੇਰੇ ਖਿਆਲ ਇਹ ਟੌਪ ਨੰਬਰ ਸੀ ਜਿਹੜੇ ਨੇ ਕੇਸ ਸਾਹਮਣੇ ਆਏ। ਹਾਂਜੀ। ਸੋ ਹੁਣ ਬ੍ਰਾਜ਼ੀਲ ਤੇ ਅਮਰੀਕਾ ਨੂੰ ਵੀ ਕੇਸਿਸ ਦੇ ਮਾਮਲੇ 'ਚ ਪਿੱਛੇ ਛੱਡਦਾ ਇੱਕ ਦਿਨ ਜਿਹੜੇ ਰਿਕਾਰਡ ਹੋਏ ਉਹਦੇ ਵਿੱਚ, ਕਿਉਂਕਿ ਅਮਰੀਕਾ 'ਚ 50 ਤੋਂ ਹੁਣ ਪਾਸ 65,000 ਤੱਕ ਹਰ ਰੋਜ਼ ਨਵੇਂ ਕੇਸ ਆ ਰਹੇ। ਸੋ ਇੰਨੇ ਕਿ ਬ੍ਰਾਜ਼ੀਲ ਵਿੱਚ ਆ ਰਹੇ ਨੇ, ਪਰ ਇੰਡੀਆ ਵਿੱਚ 83,000 ਕੇਸ ਹੈ ਪਿਛਲੇ ਦਿਨ ਇੱਕ ਦਿਨ 'ਚ ਨੋਟ ਕੀਤੇ ਗਏ। ਸੋ ਅਸੀਂ ਸਮਝਦੇ ਹਾਂ ਵੀ ਉਹ ਇੱਕ ਤਰ੍ਹਾਂ ਨਾਲ ਪੀਕ ਹੈ ਉਹਨਾਂ ਦੀ। ਹੁਣ 2-3 ਹਫ਼ਤੇ ਜਾਂ 4 ਹਫ਼ਤੇ ਤੱਕ ਲਗਾਤਾਰ ਪੀਕ ਰਹਿ ਸਕਦੀ ਹੈ। ਉਹ ਤੋਂ ਬਾਅਦ ਦੇਖੋ ਕਿਉਰ ਹੁੰਦਾ ਜਾਂ ਨਹੀਂ ਹੁੰਦਾ ਆਈਸੋਲੇਸ਼ਨ ਪੀਰੀਅਡ 'ਚੋਂ, ਜਾਂ ਕੋਈ ਦਵਾਈ ਆਉਂਦੀ ਹੈ ਕਾਫੀ, ਕਿਉਂਕਿ ਆਬਾਦੀ ਬਹੁਤ ਹੈ। ਇੱਕ ਜਿਹੜੀਆਂ ਕੰਡੀਸ਼ਨਸ ਨੇ ਉੱਥੇ ਗੰਦ ਵਗੈਰਾ ਦੀਆਂ ਉਹ ਬਹੁਤ ਜ਼ਿਆਦਾ ਹੈ ਨਾ। ਸੋ ਇਹ ਕਾਫੀ ਕੁਛ ਹੈ ਜਿਹੜਾ ਉਹਦੇ ਵਿੱਚ ਸਹਾਈ ਹੋ ਰਿਹਾ ਹੈਗਾ। ਬਿਲਕੁਲ ਜੀ। ਤੇ ਅਸੀਂ ਧੰਨਵਾਦ ਕਰਦੇ ਹਾਂ ਅਵਤਾਰ ਸਿੰਘ ਹੋਣਾ ਦਾ, ਤੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ। ਤੇ ਤੁਸੀਂ ਸਾਨੂੰ ਕਾਲ ਕਰਕੇ ਜ਼ਰੂਰ ਦੱਸਿਓ ਕਿ ਸਾਡਾ ਪ੍ਰੋਗਰਾਮ ਕਿਹੋ ਜਿਹਾ ਲੱਗਿਆ। ਸਾਡਾ ਸਟੂਡੀਓ ਦਾ ਨੰਬਰ ਹੈ 0121555101 ਤੇ ਅਖੀਰ ਦੇ ਵਿੱਚ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।